ਜਸ ਟੀਵੀ ਦੇਖ ਰਹੇ ਤੁਸੀਂ। ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਸਜ਼ਾ ਯਾਫਤਾ ਰਾਮ ਰਹੀਮ, ਬਲਾਤਕਾਰੀ ਰਾਮ ਰਹੀਮ, ਜਿਸ ਨੂੰ ਪੈਰੋਲ ਦਿੱਤੀ ਗਈ ਹੈ, ਕਸਟੋਡੀਅਲ ਪੈਰੋਲ ਦਿੱਤੀ ਗਈ ਹੈ 48 ਘੰਟੇ ਦੀ। ਇਸ 48 ਘੰਟੇ ਦੀ ਪੈਰੋਲ ਦੇ ਵਿੱਚ ਹਵਾਲਾ ਦਿੱਤਾ ਗਿਆ ਮਾਂ ਦੀ ਬਿਮਾਰੀ ਦਾ। ਇਸ ਤੋਂ ਪਹਿਲਾਂ ਵੀ ਹਵਾਲਾ ਦਿੱਤਾ ਗਿਆ ਸੀਗਾ। 21 ਦਿਨਾਂ ਦੀ ਪੈਰੋਲ ਮੰਗੀ ਗਈ ਸੀਗੀ, ਜੋ ਸਾਡੇ ਕੋਲ ਜਾਣਕਾਰੀ ਹੈ 48 ਘੰਟੇ ਦੀ ਮਿਲੀ ਹੈ। ਪੈਰੋਲ ਮਿਲਦਿਆਂ ਹੀ ਇਸ 'ਤੇ ਪੋਲੀਟਿਕਸ ਵੀ ਗਰਮ ਹੋ ਗਈ ਹੈ ਅਤੇ ਜਿਹੜੇ ਸਿੱਖ ਜਥੇਬੰਦੀਆਂ ਨੁਮਾਇੰਦੇ ਆ ਉਹ ਵੀ ਇਸ ਮੁੱਦੇ 'ਤੇ ਘੇਰਨ ਲੱਗ ਪਿਆ ਸਰਕਾਰ ਨੂੰ, ਸੱਤਾ ਨੂੰ। ਉਹ ਕਹਿੰਦੇ ਆ ਕਿ ਇਸ ਰਾਮ ਰਹੀਮ ਦੇ ਪੈਰੋਲ ਦੇ ਨਾਲ ਇੱਕ ਤਾਂ ਪੱਕੀ ਪੈਰੋਲ ਦਾ ਰਾਹ ਪੱਧਰਾ ਕੀਤਾ ਜਾ ਰਿਹਾ, ਪੱਕੀ ਰਿਹਾਈ ਦਾ ਰਾਹ ਪੱਧਰਾ ਕੀਤਾ ਜਾ ਰਿਹਾ, ਅਤੇ ਇੱਕ ਇਸ ਦੇ ਪਿੱਛੇ ਕੋਈ ਪੋਲੀਟੀਕਲ ਪਲਾਨਿੰਗ ਵੀ ਹੈ। ਅਤੇ ਨਾਲ ਹੀ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਇਸ ਨਾਲ ਖਤਰਾ ਪੈਦਾ ਹੋ ਜਾਵੇਗਾ। ਅਤੇ ਹਰਿਆਣਾ ਦੇ ਵਿੱਚ ਵੀ ਇਹ ਦਾਅਵੇ ਕੀਤੇ ਜਾ ਰਹੇ ਆ ਕਿ ਹਰਿਆਣਾ ਦੇ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਪਰ ਇਹ ਸਾਰੀਆਂ ਬਿਆਨਬਾਜ਼ੀਆਂ ਦੇ ਵਿਚਾਲੇ ਕਿ ਮਾਂ ਦੀ ਬਿਮਾਰੀ ਦਾ ਹਵਾਲਾ ਦੇ ਕੇ ਪੈਰੋਲ ਲੈਣ ਵਾਲਾ ਰਾਮ ਰਹੀਮ, ਉਸ 'ਤੇ ਸਵਾਲ ਚੁੱਕਣੇ ਜਾਇਜ਼ ਹੈ ਜਾਂ ਕਿਹੜੇ ਸਵਾਲ ਚੁੱਕਣੇ ਚਾਹੀਦੇ ਹੈ? ਸਾਰੇ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਸਵਾਲ ਵੱਡਾ ਹੀ ਪੁੱਛਾਂਗੇ ਕਿ ਪੈਰੋਲ ਪਿੱਛੇ ਪੋਲੀਟੀਕਲ ਪਲਾਨਿੰਗ
ਆਉਂਗਾ, ਹਜੇ ਵੇਟ ਕਰ ਲਓ। ਹਰਦੀਪ ਸਿੰਘ ਇੰਗਰਾ, ਮੈਂ ਕ੍ਰੋਨੋਲੋਜੀ ਸਮਝਣਾ ਚਾਹੁੰਦਾ। ਅਰਦਾਸ ਵਾਲੀ ਵੀਡੀਓ ਵਾਇਰਲ ਹੁੰਦੀ ਹੈ, ਡੇਰਾ ਪ੍ਰੇਮੀ ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਜਾਂਦੇ ਆ ਨਵੀਂ SIT ਦੇ ਵੱਲੋਂ, ਉਸ ਤੋਂ ਬਾਅਦ ਰਾਮ ਰਹੀਮ ਦੀ ਇਹ ਪੈਰੋਲ ਮਿਲਦੀ ਹੈ। ਇਸ ਕ੍ਰੋਨੋਲੋਜੀ ਨੂੰ ਇਸ ਤਰੀਕੇ ਸਮਝਾਂ, ਇਹ ਪੋਲੀਟੀਕਲ ਪਲਾਨਿੰਗ ਹੈ ਸਾਰੀ? ਹਰਦੀਪ ਸਿੰਘ ਇੰਗਰਾ ਵੇਖੋ KP, ਬਦਕਿਸਮਤੀ ਹੈ ਮੇਰੇ ਦੇਸ਼ ਦੀ, ਇੱਥੇ ਲਾਸ਼ਾਂ ਦੇ ਉੱਤੇ ਵੀ ਪੋਲਿਟਿਕਸ ਹੁੰਦੀ ਹੈ, ਇੱਥੇ ਬਿਮਾਰੀਆਂ ਦੇ ਉੱਤੇ ਵੀ ਪੋਲਿਟਿਕਸ ਹੁੰਦੀ ਹੈ, ਇੱਥੇ ਆਕਸੀਜਨ ਨਾ ਮਿਲਣ ਤੇ ਵੀ ਪੋਲਿਟਿਕਸ ਹੁੰਦੀ ਤੇ ਆਕਸੀਜਨ ਮਿਲਣ ਤੇ ਵੀ ਪੋਲਿਟਿਕਸ ਹੁੰਦੀ ਹੈ। ਮੈਨੂੰ ਤਾਂ ਇਸ ਗੱਲ ਤੇ ਹੈਰਾਨੀ ਹੁੰਦੀ ਹੈ, ਇਹਨਾਂ ਨੂੰ ਕੋਈ ਮਹਾਮਾਰੀ ਪੋਲੀਟੀਸ਼ੀਅਨ ਨੂੰ ਕਿਉਂ ਨਹੀਂ ਪੈਂਦੀਗੀ, ਜਿਹੜੀ ਇਹਨਾਂ ਦੀ ਅਕਲ ਕਿਉਂ ਨਹੀਂ ਠਿਕਾਣੇ ਆਉਂਦੀ। ਮੈਂ ਬਿਲਕੁਲ ਤੁਹਾਡੇ ਟੀਵੀ ਤੇ ਕਹਿ ਰਿਹਾਗਾ, ਇਹ ਜਿਹੜਾ ਸਾਰੇ ਦਾ ਸਾਰਾ ਮਿਸਟਰ ਰਾਮ ਰਹੀਮ ਦਾ ਜੋ ਅਡੰਬਰ ਰਚਾਇਆ ਗਿਆ, ਇਹ ਇੱਕ ਬੜੀ ਸਕੀਮ ਦੇ ਤਹਿਤ ਰਚਾਇਆ ਗਿਆ। ਪੰਜਾਬ ਦੇ ਵਿੱਚ ਪ੍ਰੈਸ਼ਰ ਬਣਿਆ ਸੀ, ਬੰਦੇ ਅਰੈਸਟ ਹੋਏ ਫਰੀਦਕੋਟ ਦੇ ਵਿੱਚ। ਉਸ ਤੋਂ ਬਾਅਦ ਇੱਕ ਬੰਦੇ ਨੇ ਉਸ ਥਾਂ ਤੇ ਅਰਦਾਸ ਕੀਤੀ ਜਿੱਥੇ ਸਭ ਤੋਂ ਵੱਧ ਝਗੜਾ ਹੋਇਆ ਸੀਗਾ, ਬੀੜ ਤਲਾਬ ਬਠਿੰਡੇ ਦੇ ਵਿੱਚ, ਤੁਹਾਨੂੰ ਯਾਦ ਹੋਣਾ ਹੈਗਾ। ਉਹਨੇ ਉੱਥੇ ਅਰਦਾਸ ਕੀਤੀ। ਪਹਿਲੀ ਗੱਲ ਤਾਂ ਇਹ ਦੱਸੋ ਵੀ ਕਿਸੇ ਮੁਲਜ਼ਮ ਬਾਰੇ ਕਦੇ ਕੋਈ ਅਰਦਾਸਾਂ ਹੁੰਦੀਆਂ ਹੈਗੀਆਂ? ਇਹ ਕਿਵੇਂ ਹੋ ਸਕਦਾ? ਦੂਜੀ, ਉਹਨੇ ਇੱਕ ਅਰਦਾਸ ਹੋਰ ਵੀ ਕੀਤੀ ਹੈ ਨਾਲ ਦੀ ਨਾਲ। ਉਹਨੇ ਇਹ ਵੀ ਕਿਹਾ ਕਿ ਇੱਥੇ ਉਪ ਮੁੱਖ ਮੰਤਰੀ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਦਲਿਤ ਤਾਂ ਖੈਰ ਵਰਡ ਹੁਣ ਕੋਰਟ ਨੇ ਕਹਿਤਾ ਕਿ ਤੁਸੀਂ ਇਸਤੇਮਾਲ ਨਹੀਂ ਕਰਨਾ, ਗਰੀਬ ਤਬਕੇ ਨੂੰ ਜਿਹੜਾ ਹੈਗਾ ਉਹ ਹੋਣਾ ਚਾਹੀਦਾ। ਉਸ ਤੋਂ ਬਾਅਦ ਇਹ ਪੈਰੋਲ ਅਨਾਉਂਸ ਹੋਣੀ। ਆ ਮੇਰੇ ਜਿਹੜੇ ਵੀਰ BJP ਵਾਲੇ ਹੈ, ਇਹ ਕਹਿੰਦੇ ਕਚਹਿਰੀ ਨੇ ਦਿੱਤੀ ਹੈ ਪੈਰੋਲ। ਭਾਈ ਪੈਰੋਲ ਤਾਂ ਸਰਕਾਰਾਂ ਦਿੰਦੀਆਂ, ਤੁਹਾਡੀ ਸਰਕਾਰ ਨੇ, ਤੁਹਾਡੇ ਮੁੱਖ ਮੰਤਰੀ ਨੇ ਅਪਰੂਵ ਕੀਤੀ ਹੋਣੀ ਹੈ, ਪਤਾ ਕਰ ਲਓ। ਔਰ ਤੁਹਾਡੀ ਸਰਕਾਰ ਹੈ ਉੱਥੇ। BJP ਹੁਣ ਇਸ ਵੇਲੇ ਇੱਕ ਬੜੀ ਮਾੜੀ ਕਹਾਵਤ ਹੈ, ਉਹ ਮੈਂ ਕਹਿਣਾ ਨਹੀਂ ਚਾਹੁੰਦਾ, ਮੱਛੀਆਂ ਭਾਲਦੇ ਆ ਉਹਦੇ ਚੋਂ। ਉਹ ਮੱਛੀਆਂ ਇਹਨਾਂ ਨੂੰ ਲੱਭਣੀਆਂ ਨਹੀਂ, ਕਿਉਂਕਿ ਇਹਨਾਂ ਦਾ ਉਖੜ ਚੁੱਕਿਆ ਸਾਰਾ ਕੁਝ। ਕਰੋਨਾ ਨੇ ਇਹਨਾਂ ਨੇ ਐਡਾ ਮਿਸਮੈਨੇਜਮੈਂਟ ਕੀਤਾ। ਇਹ ਭਾਵੇਂ ਪੈਰੋਲ ਦੇ ਦੇਣ ਬਾਪੂ ਆਸਾਰਾਮ ਨੂੰ ਪੈਰੋਲ ਦੇ ਦੇਣ, ਇਹ ਭਾਵੇਂ ਪੈਰੋਲ ਦੇ ਦੇਣ ਮਿਸਟਰ ਹਾਂ ਕਿੰਗਰਾ ਸਾਹਿਬ। ਪੈਰੋਲ ਮਿਲੀ ਹਰਿਆਣੇ ਚ, ਸਰ ਤੁਹਾਨੂੰ ਕੋਈ ਟੈਨਸ਼ਨ ਹੈ? ਉਹ ਮੈਨੂੰ ਦੇਖੋ, ਹਰਿਆਣੇ ਦੇ ਵਿੱਚ ਮੈਂ ਕਦੋਂ ਕਹਿੰਦਾ ਮੈਨੂੰ ਕੋਈ ਟੈਨਸ਼ਨ ਹੈ? ਕਾਂਗਰਸ ਪਾਰਟੀ ਨੂੰ ਤਾਂ ਕਾਸੇ ਦੀ ਟੈਨਸ਼ਨ ਨਹੀਂ। ਉਹਦਾ ਕਾਰਨ ਇਹ ਹੈ ਕਿ BJP ਦਾ ਜਿਹੜਾ ਹੈ ਨਾ, ਉਹ ਪਰੜਾ ਮੁੱਦਾ ਵੱਜ ਚੁੱਕਿਆ ਹੈਗਾ। ਨਾ ਤਾਂ ਇਹਨਾਂ ਤੋਂ ਬੰਗਾਲ ਜਿੱਤਿਆ ਗਿਆ ਤੇ ਨਾ ਹੀ ਇਹਨਾਂ ਤੋਂ ਕਰੋਨਾ ਰੁਕਿਆ। ਇਹਨਾਂ ਨੇ ਕਰੋਨਾ ਵੀ ਦੁੱਗਣਾ ਫੜਾਤਾ ਤੇ ਬੰਗਾਲ ਵੀ ਹਾਰ ਗਏ। ਸੋ ਇਹ ਤਾਂ ਹੁਣ ਜਿਹੜੇ ਨਾ ਮੱਛੀਆਂ ਭਾਲਦੇ ਆ ਤੇ ਮੱਛੀਆਂ ਹੈ ਨਹੀਂ ਉੱਥੇ। ਚਲੋ ਮੈਂ ਵਾਪਸ ਆਉਂਗਾ ਹਰਦੀਪ ਸਿੰਘ ਇੰਗਰਾ, ਵਾਪਸ ਆਉਂਗਾ ਸਰ। ਤੁਹਾਡੀ ਸਰਕਾਰ ਤੇ ਬੜੇ ਸਵਾਲ ਹੈ। ਅਰਸ਼ਦੀਪ ਸਿੰਘ ਕਲੇਰ ਸਰ, ਤੁਸੀਂ ਸਵਾਗਤ ਕਰਦੇ ਹੋ। ਰਾਮ ਰਹੀਮ ਨੂੰ ਪੈਰੋਲ ਮਿਲੀ ਹੈ, ਇਹ ਤਾਂ ਕਾਨੂੰਨੀ ਤੌਰ ਤੇ ਮਿਲੀ ਹੈ, ਸਿਆਸੀ ਤੌਰ ਤੇ ਮਿਲੀ ਹੈ। ਕਲੇਰ ਸਾਹਿਬ। KP ਜੀ, ਬਹੁਤ ਮੰਦਭਾਗੀ ਗੱਲ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਨੇ, ਔਰ ਇਹ ਹਾਲਾਤਾਂ ਦੇ ਵਿੱਚ ਅਗਰ ਰਾਮ ਰਹੀਮ ਵਰਗੇ ਬੰਦੇ ਨੂੰ ਪੈਰੋਲ ਦੇ ਉੱਤੇ ਛੱਡਿਆ ਜਾਂਦਾ ਹੈ ਤਾਂ ਇਹਦਾ ਮਤਲਬ ਇਹ ਹੈਗਾ ਕਿ ਦੁਬਾਰਾ ਕਿਤੇ ਨਾ ਕਿਤੇ ਅੱਗ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੀਕੁਐਂਸ ਆਫ ਇਵੈਂਟਸ ਦੇਖੋ, ਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਹੁੰਦੀ ਹੈ, ਔਰ ਅਰਦਾਸ ਦੇ ਵਿੱਚ ਪਾਰਟਿਕੂਲਰ ਇਹ ਜਿਹੜੀ ਗੱਲ ਉੱਥੇ ਕੀਤੀ ਜਾਂਦੀ ਹੈ, ਔਰ ਅੱਜ ਉਹਨੂੰ ਪੈਰੋਲ ਤੇ ਛੱਡਿਆ ਜਾਂਦਾ। BJP ਦੇ ਪ੍ਰਵਕਤਾ ਕਹਿੰਦੇ ਕਿ ਜੀ ਪੈਰੋਲ ਕੋਰਟ ਦਿੰਦੀ ਹੈ। ਠੀਕ ਹੈ, ਦੋ ਤਰ੍ਹਾਂ ਹੁੰਦਾ, ਪਹਿਲਾਂ ਸਰਕਾਰ ਹੁੰਦੀ ਹੈ, ਫਿਰ ਕੋਰਟ ਹੁੰਦੀ ਹੈ। ਪਰ ਜਿੱਥੇ ਕੋਰਟ ਵੀ ਪੈਰੋਲ ਦਿੰਦੀ ਹੈ, ਮੈਂ ਪ੍ਰਵਕਤਾ ਸਾਹਿਬ ਨੂੰ ਦੱਸ ਦਿੰਦਾ ਕਿ ਸਰਕਾਰ ਦੀ ਰਿਪੋਰਟ ਦੇ ਉੱਤੇ ਹੀ ਪੈਰੋਲ ਦਿੱਤੀ ਜਾਂਦੀ ਹੈ, ਜਿੱਥੇ ਸਰਕਾਰ ਅੰਡਰਟੇਕਿੰਗ ਦਿੱਤੀ ਹੈ ਕਿ ਇਸ ਬੰਦੇ ਦੇ ਨਾਲ ਲਾਅ ਐਂਡ ਆਰਡਰ ਨੂੰ ਕੋਈ ਖਤਰਾ ਨਹੀਂ, ਇਹਨੂੰ ਛੱਡ ਦੋ, ਫਿਰ ਪੈਰੋਲ ਹੁੰਦੀ ਹੈ। ਪਰ ਗੱਲ ਅੱਜ ਦੀ KP ਜੀ ਇਹ ਹੈਗੀ ਹੈ ਕਿ ਜੋ ਹਾਲਾਤ ਚੱਲ ਰਹੇ ਨੇ, ਜਿਸ ਤਰੀਕੇ ਦਾ ਮਾਹੌਲ ਅੱਜ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ, ਉਹਦੇ ਵਿੱਚ ਪੈਰੋਲ ਦੇਣਾ ਇਹ ਸਾਫ਼ ਇਸ਼ਾਰਾ ਕਰਦਾ ਹੈ ਕਿ ਕਿਤੇ ਨਾ ਕਿਤੇ ਉਹੀ ਪੰਜਾਬ ਮਾਰੂ ਤੇ ਭਾਈਚਾਰਕ ਸਾਂਝ ਮਾਰੂ ਸ਼ਕਤੀਆਂ ਦੁਬਾਰਾ ਐਕਟਿਵ ਹੋ ਚੁੱਕੀਆਂ ਨੇ, ਔਰ ਉਹੀ ਅੱਗ ਦੁਬਾਰਾ ਕਿਤੇ ਨਾ ਕਿਤੇ ਲਾਉਣ ਦੇ ਵੱਲ ਨੂੰ। ਅਰਸ਼ਦੀਪ ਸਿੰਘ ਕਲੇਰ, BJP ਦੇ ਨਾਲੋਂ ਹੁਣ ਤੁਹਾਡੀ ਭਾਈਵਾਲੀ ਨਹੀਂ ਹੈਗੀ। ਇਹ ਤੁਸੀਂ ਅੱਜ ਪੈਰੋਲ ਦਾ ਵਿਰੋਧ ਕਰਦੇ ਪਏ ਜਾਂ ਇਸ ਤੋਂ ਪਹਿਲਾਂ ਜਦੋਂ ਮਿਲੀ ਸੀ ਉਦੋਂ ਵਿਰੋਧ ਕੀਤਾ ਸੀਗਾ? KP ਜੀ, ਇਹਦੀ ਪਹਿਲਾਂ ਵੀ ਜਦੋਂ ਪੈਰੋਲ ਦੀ ਗੱਲ ਚੱਲੀ ਉਦੋਂ ਵੀ ਵਿਰੋਧ ਕੀਤਾ। ਵਿੱਚੋਂ ਇੱਕ ਦਿਨ ਇਹ ਉੱਥੇ ਗੁੜਗਾਉਂ ਹਸਪੀਟਲ ਗਏ, ਉਹਦਾ ਵੀ ਵਿਰੋਧ ਕੀਤਾ। ਔਰ ਜਿਹੜੀ ਹੁਣ ਵੀ ਇਹਨੂੰ ਪੈਰੋਲ ਤੇ ਛੱਡਿਆ ਜਾ ਰਿਹਾ ਹੈ, ਇਹ KP ਜੀ ਕੋਈ 48 ਘੰਟਿਆਂ ਦੇ ਪੈਰੋਲ ਦੀ ਗੱਲ ਨਹੀਂ, ਇਹ ਕਿਤੇ ਨਾ ਕਿਤੇ ਭੂਮਿਕਾ ਬੰਨੀ ਜਾ ਰਹੀ ਹੈ ਇਹਨੂੰ ਦੁਬਾਰਾ ਰਿਲੀਜ਼ ਕਰਨ ਦੀ। ਇਹ ਤੁਸੀਂ ਦੇਖੋਗੇ ਕਿ ਜਲਦ ਹੀ ਇਹ ਉਸੇ ਲਾਈਨ ਦੇ ਉੱਤੇ ਕੰਮ ਹੋ ਰਿਹਾ ਕਿ ਇਹਨੂੰ ਦੁਬਾਰਾ ਜੇਲ੍ਹ ਚੋਂ ਬਾਹਰ ਕਿੱਦਾਂ ਕੱਢਿਆ ਜਾਵੇ। ਕਲੇਰ ਸਾਹਿਬ, ਜੇ ਤੁਸੀਂ 2007 ਵਾਲਿਆਂ ਦਾ ਕੇਸ ਚੰਗੀ ਤਰ੍ਹਾਂ ਪੁੱਟ ਅਪ ਕੀਤਾ ਹੁੰਦਾ, ਜੇ ਤੁਸੀਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਉੱਥੋਂ ਲਿਆਉਣ ਦੀ ਮੰਗ ਕੀਤੀ ਹੁੰਦੀ ਤਾਂ ਅੱਜ ਇਹ ਹਾਲਾਤ ਨਾ ਪਏ ਹੁੰਦੇ। ਕਲੇਰ ਸਾਹਿਬ, KP ਜੀ, ਉਹ ਤੋਂ ਬਾਅਦ ਤਾਂ ਬੜੇ ਇੰਸਟੈਂਸ ਹੋ ਗਏ, ਉਹ ਤੋਂ ਬਾਅਦ ਬੜੀਆਂ ਸਰਕਾਰਾਂ ਕੇਂਦਰ ਵਿੱਚ ਵੀ ਰਹਿ ਲੀਆਂ। ਹਰਿਆਣੇ ਦੇ ਡੇਰੇ ਦੇ ਵਿੱਚੋਂ ਇਹਨੂੰ ਚੱਕਣਾ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਹੈ, ਚਾਹੇ ਉੱਪਰ ਕੇਂਦਰ 'ਚ ਜਿਹੜੀ ਮਰਜ਼ੀ ਸਰਕਾਰ ਰਹੀ ਹੋਵੇ, ਇਹਦੀ ਪੁਸ਼ਤ ਪਨਾਹੀ ਹੋਈ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਔਰ ਅੱਜ ਵੀ ਜਿਹੜੇ ਫੈਸਲੇ ਹੋ ਰਹੇ ਨੇ ਕੇਂਦਰ ਦੀ ਮਰਜ਼ੀ ਤੋਂ ਬਿਨਾਂ ਜਾਂ ਹਰਿਆਣਾ ਸਰਕਾਰ ਦੀ ਪੁਸ਼ਤ ਪਨਾਹੀ ਤੋਂ ਬਿਨਾਂ ਨਹੀਂ ਹੋ ਰਹੇ। ਜੋ ਤੁਹਾਡੀ ਸਰਕਾਰ ਸੀ ਉਦੋਂ ਵੀ ਕੇਂਦਰ ਪੁਸ਼ਤ ਪਨਾਹੀ ਕਰ ਰਿਹਾ ਸੀ ਇਹਦੀ?
ਮੈਂ ਕੇਪੀ ਜੀ ਕਿਹਾ ਕਿ ਕੋਈ ਵੀ ਸਰਕਾਰਾਂ ਰਹੀਆਂ ਹੁਣ ਕੇਂਦਰ 'ਚ ਸਭ ਨੇ ਇਸ ਬਾਬੇ ਦੀ ਪੁਸ਼ਤਪਨਾਹੀ ਕੀਤੀ ਹੈ। ਪੰਜਾਬ ਦੀ ਗੱਲ ਨਹੀਂ, ਪੰਜਾਬ ਸਰਕਾਰ ਦੀ ਗੱਲ ਨਹੀਂ, ਇਹਦਾ ਡੇਰਾ ਹਰਿਆਣੇ 'ਚ ਹੈ, ਇਹ ਰਹਿੰਦਾ ਹਰਿਆਣੇ ਸੀ। ਸੋ ਉੱਥੋਂ ਦੀ ਸਰਕਾਰਾਂ ਪਲੱਸ ਕੇਂਦਰ ਦੀ ਸਰਕਾਰਾਂ ਹਮੇਸ਼ਾ ਹੀ ਤੁਸੀਂ ਪੁਸ਼ਤਪਨਾਹੀ ਕੀਤੀ, ਤੁਸੀਂ ਪੁਸ਼ਤਪਨਾਹੀ ਕੀਤੀ, ਅਕਾਲੀ ਦਲ ਨੇ ਪੁਸ਼ਤਪਨਾਹੀ ਕੀਤੀ ਜਾਂ ਨਹੀਂ? ਕਦੇ ਇਹਦੀ ਪੁਸ਼ਤਪਨਾਹੀ ਨਹੀਂ ਕੀਤੀ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਜਿਹੜੇ ਇਹਦੇ ਕੇਸ ਦੀ ਵੀ ਗੱਲ ਉੱਠਦੀ ਹੈ, 2012 ਦੇ ਵਿੱਚ ਇਹ ਵੀ ਇਲੈਕਸ਼ਨ ਕਮਿਸ਼ਨ, ਉਹ ਵੀ ਕੇਂਦਰ ਸਰਕਾਰ ਦੇ ਅੰਡਰ ਹੈ, ਜਿਹਨੇ ਇਹਦੀ ਕਲੋਜ਼ਰ ਰਿਪੋਰਟ ਫਾਈਲ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਦਾ ਐਸੇ ਬਾਬੇ ਦੀ ਜਾਂ ਐਸੇ ਬੰਦੇ ਦੀ ਪੁਸ਼ਤਪਨਾਹੀ ਕਰਨ ਦਾ ਕੋਈ ਸਵਾਲ ਨਹੀਂ। ਬਾਬਾ ਇਹ ਤੁਹਾਡੇ ਲਈ ਬਾਬਾ ਹੈ? ਸਾਡੇ ਲਈ ਕੋਈ ਬਾਬਾ ਨਹੀਂ, ਸਾਡੇ ਲਈ ਇਹ ਬਲਤਕਾਰੀ ਰਾਮ ਰਹੀਮ ਹੈ। ਠੀਕ ਹੈ, ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆਊਂਗਾ। ਰਾਜੀਵ ਵਦਾਰਾ ਤੋਂ ਸਾਰਾ ਕੇਸ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਰਾਜੀਵ ਵਦਾਰਾ ਇਸ ਕੇਸ ਦੇ ਨਾਲ ਬਹੁਤ ਜੁੜੇ ਹੋਏ, ਇਹਨਾਂ ਨੂੰ ਪਤਾ ਛਤਰਪਤੀ ਪਰਿਵਾਰ ਨੇ ਕੀ ਚੱਲਿਆ, ਸਿਰਸਾ ਦੇ ਵਿੱਚ ਕੀ ਕੁਝ ਹੁੰਦਾ ਰਿਹਾ, ਉਹ ਸਾਰਾ ਕੁਝ ਰਾਜੀਵ ਵਦਾਰਾ ਨੂੰ ਪਤਾ। ਵਾਪਸ ਆ ਕੇ ਇਹਨਾਂ ਤੋਂ ਸਵਾਲ ਹੋਵੇਗਾ ਇਹਦੇ ਪਿੱਛੇ ਕੋਈ ਪੋਲੀਟੀਕਲ ਪਲਾਨਿੰਗ ਹੈ। एक बार फिर थोड़ा स्वागत करते हैं कि पैरोल पीछे पोलिटिकल प्लानिंग है। राम रहीम पैरोल देना पंजाब के माहौल में किहड़ा खतरा है, असीं वड्डा सवाल ये पूछ रहे हैं। राजीव वदारा साहब, मां बीमार है सर, मां की बीमारी का हवाला दिता गया, ये सारे लोग सवाल करते हैं पोलिटिकल प्लानिंग है। राजीव वदारा साहब, अंशु छत्रपति ने जिहड़ा बयान दिता है, तुसीं उस नाल इतफाक रखते हो कि पक्के तौर पर जेल चों बाहर कड्ढण दा सिरसा लिजाण दा प्लान है? केपी जी, इस तरह के बलात्कार ते हत्या के जिहड़े आरोपी नहीं कन्विक्ट ने, दोषी ने ते दो केसां 'च सज़ा हो चुकी है, उन्होंने पैरोल देना इस तरह ये बिल्कुल निंदनीय है। ये तो सवाल खड़े होणगे। छत्रपति ने, अंशुल ने ठीक किया। हुण ये सवाल किवें ने? ये गल ठीक है कि पैरोल का कानून है, अपराधी नूं पैरोल मिल सकती है, ये गल ठीक है। मां की बीमारी, परिवार दे विच परिवार दे किसी मैंबर की सीरीयस इलनेस ते पैरोल मिल सकती है, ये एक गल है। परंतु तुसीं सारे हालातों नूं समझो। हरियाणा दे विच सरकार वो है जिहड़ी सरकार दा पूरा मंत्रीमंडल डेरे दे विच जाके नतमस्तक होंदा है। ये भी अपन ध्यान रखना चाहिए। ये भी अपन ध्यान रखना चाहिए जदों 2017 च सज़ा होंदी है, उदों किस तरह ये लखां लोकां नूं पंचकूला च इकट्ठे होण दिता जांदा है ते लॉ एंड ऑर्डर की स्थिति किस तरह बिगड़दी है। ये भी सानूं पता है कि एक सज़ा याफ्ता व्यक्ति नूं जिहनूं बलात्कार दे केस दे सज़ा हुई सी, उहनूं डेरे सरसे तो लैके किवें एक वड्डे काफिले दे नाल इत्थों तक लिआया जांदा है। ये सारी साल हालात सानू पता ने। किवें जदों सरसे दे विच रैली हुई सी पिछले इलैक्शन दे विच, उदों किस तरह दे इहदे लोकां ने सपोर्ट कीता सी बीजेपी नूं, वो भी सानू पता है। ये सारे हालात भारतीय जनता पार्टी दा आचरण, डेरे दे प्रति जिहड़ी उहनां दा संबंध है, वो ते फिर जिहड़ा वोट दा पूरा कैलकुलेशन, इहदे नाल नाल लॉ एंड ऑर्डर दी स्थिति दा जिहड़ा इतिहास है, उहनूं भी ध्यान रखिए। ये सारी गल्लां नूं ध्यान रखदे होया ये बहुत स्पष्ट केस बनदा है जिथे इहनूं पैरोल नहीं देनी चाहिए। मां की बीमारी का एक मानवीय पक्ष है, परंतु वो भी हो सकता है, वो भी बहुत साफ गल है। वसीम राजा जी ने कहा कोर्ट ने पैरोल दी है। मैं उम्मीद करांगा वसीम राजा जी जो अगली बार बोलणगे तो दस देणगे किहड़ी कोर्ट ने दी है। क्लेयर साहब ने ठीक किया कि जे कोर्ट दे विच भी मामला आंदा है, मेरी जानकारी च नहीं कि कोर्ट च हुण आया होवे, जो अगे आया सी कोर्ट ने रद्द कर दी सी पैरोल। कल ही हरियाणा के मंत्री ने कहा, जिहड़ा प्रिजन मंत्री रणजीत सिंह, कि ये तो सरकार जिहड़ी है, जिहड़े अधिकारी ने वो आपदी कॉल लैंदे ने ते दे सकदे ने। की कॉल लेंदे ने हो कि बीमारी दी जिहड़ी रिपोर्ट है पहला वो रिपोर्ट करनी होंदी है कि सीरीयस इलनेस है या नहीं है। गुदारा साहब वैसे तो तुहाडे कोल सारी जानकारी होगी, पर मैं ऐड ऑन करदा थोड़ा जिहा। जेल प्रबंधन ने सर सारी जानकारी कलैक्ट की, सिरसे तो कलैक्ट की जानकारी, इस तो इलावा हरियाणा के अमन कानून की स्थिति का जायजा लिया, उस तो बाद ये सारा फैसला किया गया। सर गुदारा साहब बोलो अगे। सर मैं ये कह रहा है कि कोर्ट दे विच मामला नहीं गया, सरकार ने ही फैसला किया ना। सरकारी अधिकारियों ने देता रिपोर्ट दी, सरकारी अधिकारियों ने रिपोर्ट लेके पैरोल देने का फैसला कर लिया, ये गल ठीक है। परंतु की आप विश्वास करते हैं कि सरकार के जिहड़े अधिकारी ने वो मुख्यमंत्री तो पूछे बिना इस तरह के बंदे नूं पैरोल दे सकते हैं? वो सरकार नूं जिहड़ी सरकार पूरा दा पूरा मंत्रिमंडल जाके जिथे नतमस्तक होंदा होवे, जिथे वोटां लेंदे होण, जिथे पैसे देंदे रहे होण, इतिहास दे विच सारी गल्लां दर्ज ने। इस करके मैं कह रहा इस हालत दे विच भी कि तुसीं ये हालात हैगे जदों ये कहा जा सकदा होवे कि लॉ एंड ऑर्डर नूं कोई खतरा नहीं हो सकदा। गुदारा साहब एक मैंने सवाल कर लैन दो पहला। सर गुदारा साहब पंजाब के पॉलिटिशियन ये गल कह रहे हैं कि पंजाब दे विच लांबू लाउण दी कोशिशां है, तुसीं कह रहे हो वोटां दी कैलकुलेशन है। सर तुसीं हरियाणा के संदर्भ में कह रहे हो वोटां दी कैलकुलेशन है, पहला तो मैनूं इहदा जवाब दे दो। सर हरियाणा पंजाब सारे पासे ठीक है। अगला सवाल भी ले लो गुदारा साहब, फिर अगला सवाल ले लो गुदारा साहब, अगला सवाल भी ले लो फिर। जे वोटां दी कैलकुलेशन है कि किसान संघर्ष नाल इस पैरोल दा लेना देना हैगा या नहीं? सर बिल्कुल जे हरियाणे दे विच भी डेरे दे इस जो सजा याफ्ता बंदा इहनूं बाहर कढ के किसी तरह का लॉ एंड ऑर्डर नूं खतरा होंदा है ते किसान मूवमेंट ते अटैक करन दा भी रास्ता बीजेपी लभेगी। बीजेपी दे जिहड़े इरादे ने, जिन्ने विभत्स ने, जिन्ने खतरनाक ने, जिन्ने अमानवीय ने, वो जिहड़ा पूरा उन्हां दा इतिहास है ते उन्हां दा आचरण इस डेरे दे प्रति है,
ਇਸ ਬਲਾਤਕਾਰੀ ਤੇ ਹੱਤਿਆਰੇ ਦੇ ਪ੍ਰਤੀ ਹੈ, ਉਹ ਸਾਰਿਆਂ ਨੂੰ ਵੇਖਦੇ ਹੋਇਆ ਇਹ ਸਾਰੀ ਸੰਭਾਵਨਾ ਜਿਹੜੀ ਪੰਜਾਬ ਦੇ ਵਿੱਚ ਵਿਅਕਤ ਕੀਤੀ ਜਾ ਰਹੀ ਹੈ, ਹਰਿਆਣਾ ਦੇ ਵਿੱਚ ਵਿਅਕਤ ਕੀਤੀ ਜਾ ਰਹੀਆਂ ਨੇ, ਉਹ ਸਾਰੀਆਂ ਸੱਚੀਆਂ ਲੱਗਦੀਆਂ ਨੇ। ਇੱਥੇ ਇਸ ਹਾਲਤ ਦੇ ਵਿੱਚ ਇਹ ਸਰਕਾਰ ਦਾ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਵਿਸ਼ਵਾਸ ਦਿਵਾਵੇ। ਲੋਕ ਕਿਉਂ ਸਵਾਲ ਕਰ ਰਹੇ ਨੇ? ਪੈਰੋਲ ਤਾਂ ਦੁਨੀਆ ਦੀ ਹੁੰਦੀ ਹੈ, ਇੱਥੇ ਲੋਕ ਸਵਾਲ ਕਰ ਰਹੇ ਨੇ ਕਿ ਇਤਿਹਾਸ ਦੇ ਵਿੱਚ ਦਰਜ ਹੈ, ਸਰਕਾਰ ਦੇ ਆਚਰਣ ਦੇ ਵਿੱਚ ਦਰਜ ਹੈ, ਲਾਅ ਐਂਡ ਆਰਡਰ ਦਾ ਸਵਾਲ ਹੋਵੇ ਜਾਂ ਵੋਟਾਂ ਦੀ ਸਵਾਲ ਹੋਵੇ ਜਾਂ ਅਗਲਾਣ ਦਾ ਸਵਾਲ ਹੋਵੇ, ਇਹ ਸਾਰਿਆਂ ਨੂੰ ਵੇਖਦੇ ਹੋਇਆ ਸਰਕਾਰ ਦਾ ਦਾਇਿਤਵ ਬਣਦਾ ਹੈ ਕਿ ਲੋਕਾਂ ਨੂੰ ਵਿਸ਼ਵਾਸ ਦਿਵਾਵੇ, ਉਹ ਰਿਪੋਰਟ ਸਾਰਵਜਨਿਕ ਕਰੇ ਕਿ ਲਾਅ ਐਂਡ ਆਰਡਰ ਬਾਰੇ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਬਿਮਾਰੀ ਬਾਰੇ ਕੀ ਕਿਹਾ ਤੇ ਕਿਉਂ ਇਹ ਇਸ ਤਰ੍ਹਾਂ ਕੀਤਾ ਜਾ ਰਿਹਾ। ਤੁਹਾਨੂੰ ਯਾਦ ਹੋਵੇਗਾ ਪਿਛਲੀ ਵਾਰ ਜਦੋਂ 24 ਘੰਟੇ ਦੀ ਪੈਰੋਲ ਮਿਲੀ ਸੀ, ਉਹਦੀ ਖਬਰ ਤਾਂ ਉਸ ਤੋਂ ਬਾਅਦ ਹੀ ਆਈ ਸੀ। ਆਖਿਰ ਤੁਹਾਡੇ ਸਾਹਮਣੇ ਹਰਿਆਣਾ ਪੰਜਾਬ ਦੇ ਵਿੱਚ ਏਡਾ ਵੱਡਾ ਇਸ਼ੂ ਹੈ, ਕਿਉਂ ਨਹੀਂ ਤੁਸੀਂ ਇਹ ਕਰ ਸਕਦੇ ਕਿ ਉਹਦੀ ਜਿੱਦਣ ਦਰਖਾਸਤ ਆਈ ਉਹਨੂੰ ਸਾਰਵਜਨਿਕ ਕਰੋ, ਉਹਦੇ ਬਾਅਦ ਤੁਸੀਂ ਰਿਪੋਰਟ ਕਰ ਰਹੇ ਹੋ ਸਾਰਵਜਨਿਕ ਹੋਵੇ, ਲੋਕਾਂ ਦੇ ਸਾਹਮਣੇ ਹੋਵੇ। ਇਹ ਕਿਵੇਂ ਹੋ ਸਕਦਾ ਹੈ ਕਿ ਮੰਤਰੀ ਕਹਿਣ ਜਿਸ ਅਧਿਕਾਰੀਆਂ ਨੇ ਫੈਸਲਾ ਲੈਣਾ ਹੈ ਤੇ ਫਿਰ ਫੈਸਲਾ ਆ ਜਾਵੇ ਕਿ 48 ਘੰਟੇ ਦੀ ਪੈਰੋਲ ਮਿਲ ਗਈ। ਇਸ ਕਰਕੇ ਗੰਭੀਰ ਸਵਾਲ ਨੇ ਤੇ ਸਰਕਾਰ ਦਾ ਆਚਰਣ ਇਸ ਤੇ ਤਾਇਦ ਕਰਦਾ ਹੈ ਕਿ ਸਵਾਲ ਸੱਚੇ ਨੇ। ਠੀਕ ਹੈ। ਹਰਦੀਪ ਸਿੰਘ ਇੰਗਰਾ ਸਰ, ਜਦੋਂ ਇਹੋ ਜਿਹਾ ਕੋਈ ਮਾਮਲਾ ਹੁੰਦਾ ਜਿਹੜਾ ਪੰਜਾਬ ਨਾਲ ਵੀ ਤਾਲੁਕ ਰੱਖਦਾ ਹੋਵੇ, ਕਿ ਹਰਿਆਣਾ ਸਰਕਾਰ ਨੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਕਿ ਅਸੀਂ 48 ਘੰਟੇ ਲਈ ਕਸਟੋਡੀਅਲ ਪੈਰੋਲ ਦੇ ਰਹੇ ਹਾਂ, ਤੁਹਾਨੂੰ ਕੋਈ ਟੈਨਸ਼ਨ ਤਾਂ ਨਹੀਂ, ਤੁਹਾਡੇ ਵੱਲੋਂ ਸਾਰਾ ਕੁਝ ਮਜ਼ਬੂਤ ਬੰਦੋਬਸਤ ਹੈ, ਇਸ ਬਾਬਤ ਕੋਈ ਗੱਲਬਾਤ ਹੋਈ ਹੈ ਤੁਹਾਡੇ ਕੋਲ ਕੁਝ ਜਾਣਕਾਰੀ? ਹਰਦੀਪ ਸਿੰਘ ਇੰਗਰਾ ਦੇਖੋ, ਕੋਈ ਮੰਨੇ ਨਾ ਮੰਨੇ, ਗੁਦਾਰਾ ਸਾਹਿਬ ਨੇ ਬੜਾ ਕਲੀਅਰ ਕਰ ਦਿੱਤਾ ਹੈ। ਇਹ ਜਿਹੜੀ ਪੈਰੋਲ ਮਿਲੀ ਹੈ ਇਹਦੇ ਵਿੱਚ ਮੁੱਖ ਮੰਤਰੀ ਹਰਿਆਣਾ ਦੀ ਭਾਵੇਂ ਸਿਰ ਹਿਲਾ ਕੇ ਮਨਜ਼ੂਰੀ ਹੋਵੇ ਤੇ ਭਾਵੇਂ ਦਸਤਖਤ ਕਰਕੇ ਮਨਜ਼ੂਰੀ ਹੋਵੇ, ਇਹ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਪੈਰੋਲ ਨਹੀਂ ਹੋ ਸਕਦੀ। ਤੇ ਬੀਜੇਪੀ, ਮੈਂ ਤੁਹਾਨੂੰ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਜਿਹੜਾ ਉਹ ਪੰਗਾ ਖੜਾ ਕਰਨਾ ਚਾਹੁੰਦੀ ਹੈ ਵੋਟਾਂ ਤੋਂ ਪਹਿਲਾਂ, ਕਿਉਂਕਿ ਬੰਗਾਲ ਦੇ ਵਿੱਚ ਜਿਹੜਾ ਇਹਨਾਂ ਨੇ ਜੋ ਧੂਲ ਚੱਟੀ ਹੈ, ਉਹ ਹੁਣ ਧੂਲ ਕਿਤੇ ਨਾ ਕਿਤੇ ਰੜਕਦੀ ਹੈ ਇਹਨਾਂ ਦੀ ਜੀਭ ਦੇ ਉੱਤੇ। ਉਹ ਧੂਲ ਦਾ ਅਗਲਾ ਲਾਉਣ ਦਾ ਜਿਹੜਾ ਮੌਕਾ ਉਹ ਪੰਜਾਬ ਹੀ ਹੈ, ਯੂਪੀ ਤਾਂ ਇਹਨਾਂ ਦੀ ਆਪਦੀ ਸਰਕਾਰ ਬੈਠੀ ਹੈ। ਸੋ ਇਹ ਜਿਹੜਾ ਇੱਥੇ ਇਹ ਲਾਉਣਾ ਚਾਹੁੰਦੇ ਨੇ। ਪਰ ਮੈਂ ਆਪਦੇ ਵੀਰ ਇੱਕ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਕਹਿਣਾ ਚਾਹੁੰਦਾਗਾ, ਇਹ ਮਿਸਟਰ ਰਾਮ ਰਹੀਮ ਦਾ ਕਿਸੇ ਵੇਲੇ ਵੱਡਿਆਂ ਨੇ ਵੀ ਜਾ ਕੇ ਇਹਦੇ ਪੈਰੀਂ ਹੱਥ ਲਾਏ ਹੈ। ਕਲੇਰ ਸਾਹਿਬ ਤੁਸੀਂ ਵੀ ਐਗਰੀ ਕਰੋਗੇ ਮੇਰੇ ਨਾਲ, ਮੇਰੇ ਕੋਲੇ ਤਸਵੀਰਾਂ ਵੀ ਹੈਗੀਆਂ, ਬਥੇਰੀ ਦੁਨੀਆ ਨੇ ਜਾ ਕੇ ਤੁਹਾਡੀ ਪਾਰਟੀ ਦੀਆਂ ਵੀ ਤਸਵੀਰਾਂ ਹੈਗੀਆਂ ਕੰਗਰਾ ਸਾਹਿਬ, ਇਹਨਾਂ ਦੀ ਪਾਰਟੀ ਦੀਆਂ ਹੈਗੀਆਂ, ਤੁਹਾਡੀ ਪਾਰਟੀ ਦੀਆਂ ਵੀ ਹੈਗੀਆਂ। ਮੈਂ ਤੁਹਾਨੂੰ ਉਹੀ ਕਹਿਣਾਗਾ ਕਿ ਇਹ ਹੁਣ ਇਸ ਦੇਸ਼ ਦੇ ਵਿੱਚ ਕਰੋਨਾ ਮਹਾਮਾਰੀ ਤੋਂ ਬਾਅਦ ਲੋਕਾਂ ਨੂੰ ਇੱਕ ਗੱਲ ਦਾ ਗਿਆਨ ਹੋਣਾ ਚਾਹੀਦਾ ਕਿ ਇਹੋ ਜਿਹੇ ਲੋਕ ਜਿਹੜੇ ਇਹੋ ਜਿਹੇ ਰਾਮ ਰਹੀਮ ਵਰਗੇ ਬੰਦਿਆਂ ਨੂੰ ਪੋਲੀਟੀਕਲ ਤੌਰ ਦੇ ਉੱਤੇ ਮੋਹਰਾ ਬਣਾ ਕੇ ਖੇਡਦੇ ਆ, ਉਹਨਾਂ ਤੋਂ ਛੁਟਕਾਰਾ ਪਾਉਣ ਦਾ ਹੁਣ ਸਮਾਂ ਆ ਗਿਆ ਦੇਸ਼ ਦੇ ਵਿੱਚ। ਉਹ ਛੁਟਕਾਰਾ ਪਾਉਣਾ ਚਾਹੀਦਾ, ਚਾਹੇ ਉਹ ਪੋਲੀਟੀਕਲ ਲੋਕ। ਕਿੰਗਰਾ ਸਾਹਿਬ ਤੁਸੀਂ ਕਦੋਂ ਡੇਰਾ ਰਾਮ ਰਹੀਮ ਨੂੰ, ਡੇਰਾ ਮੁਖੀ ਨੂੰ, ਬਲਾਤਕਾਰੀ ਨੂੰ, ਕਾਤਲ ਨੂੰ ਤੁਸੀਂ ਕਦੋਂ ਹੱਥ ਪਾਉਣ ਜਾ ਰਹੇ ਹੋ ਸਰ? ਤੁਸੀਂ ਆਪਦਾ ਵੀ ਦੱਸੋ ਨਾ, ਤੁਹਾਡੀ ਸਰਕਾਰ ਕੋਲੇ ਵੀ ਤੁਸੀਂ ਕਹਿੰਦੇ ਹੋ ਸਬੂਤ ਹੈ ਸਾਡੇ ਕੋਲੇ। ਦੇਖੋ, ਮੈਂ ਤੁਹਾਨੂੰ 2-3 ਵਾਰੀ ਆਖਿਆ ਹੈਗਾ, ਦੋ ਗੱਲਾਂ ਪੰਜਾਬ ਦੇ ਵਿੱਚ ਇਸ ਵੇਲੇ ਨੇ। ਇੱਕ ਤਾਂ ਹੈਗਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਤੇ ਇੱਕ ਹੈਗਾ ਬਰਗਾੜੀ ਤੇ ਉਹ ਗੋਲੀ ਕਾਂਡ। ਜਿਹੜੀ ਬੇਅਦਬੀ ਦੀ ਗੱਲ ਹੈ ਉਹਦੇ 'ਚ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਆਖਿਆ, ਸਾਰੀ ਦੁਨੀਆ ਨੇ ਆਖਿਆ ਕਿ ਜਿਹਨੇ ਉਹ ਬੇਅਦਬੀ ਕਰਾਈ ਹੈ, ਜਿਹੜਾ ਉਹਦੇ ਤੇ ਸਿਆਸਤ ਕਰਦਾ ਹੈ, ਜਿਹੜਾ ਉਹਦੇ ਤੇ ਇਨਸਾਫ ਨਹੀਂ ਕਰੂਗਾ, ਉਹਦਾ ਬੇੜਾ ਗਰਕ ਹੋਣਾ ਹੀ ਹੋਣਾ ਹੈ, ਚਾਹੇ ਉਹ ਕੋਈ ਵੀ। ਮੈਂ ਸਰ ਰਾਮ ਰਹੀਮ ਦਾ ਸਪੈਸੀਫਿਕ ਸਵਾਲ ਕੀਤਾ ਕਿੰਗਰਾ ਸਾਹਿਬ, ਪਲੀਜ਼ ਸਰ ਆਪਾਂ ਸਵਾਲ ਤਰੀਕੇ ਨਾ ਸਰ ਰਾਮ ਰਹੀਮ ਦਾ ਸਵਾਲ ਕੀਤਾ ਸਰ। ਮੈਂ ਇਸ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਵਾਲੀ ਐਸਆਈਟੀ ਨੇ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਸੁਨਾਰੀਆ ਜੇਲ੍ਹ ਖੁਦ ਗਏ ਸੀ ਕੁੰਵਰ ਵਿਜੇ ਪ੍ਰਤਾਪ। ਉਸ ਤੋਂ ਬਾਅਦ ਹੁਣ ਤੱਕ ਕੀ ਹੋਇਆ ਸਰ ਕਿੰਗਰਾ ਸਾਹਿਬ? ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਜਿਹੜਾ ਨਾ ਇਹ ਜਿਹੜੀ ਤੁਸੀਂ ਕਿਸੇ ਵੀ ਗੱਲ ਨੂੰ ਨਾ ਤਹਿ ਤੱਕ ਇਹ ਐਡਾ ਉਲਝਾ, ਦੇਖੋ ਮਾਮਲੇ ਨੂੰ ਕਹਿੰਦੇ ਆ ਨਾ, ਜੇ ਤੁਸੀਂ ਉਲਝਾਉਣਾ ਹੋਵੇ ਨਾ, ਮੈਂ ਤਾਂ ਬਿਊਰੋਕ੍ਰੇਸੀ ਚ ਰਹਾਂਗਾ, ਜੇ ਸਰਕਾਰਾਂ ਨੇ ਮਾਮਲੇ ਨੂੰ ਉਲਝਾਉਣਾ ਹੁਣ ਤਾਂ ਉਹਨੂੰ ਲੰਮਾ ਪਾਈ ਜਾਓ। ਸਰ ਤੁਸੀਂ ਮੈਨੂੰ ਵੀ ਉਲਝਾ ਰਹੇ ਹੋ ਨਾ, ਤੁਸੀਂ ਮੈਨੂੰ ਵੀ ਉਲਝਾ ਰਹੇ ਹੋ, ਤੁਸੀਂ ਆਪਦੇ ਸਵਾਲ ਦਾ ਜਵਾਬ ਨਹੀਂ ਦਿੰਦੇ ਪਏ ਕਿੰਗਰਾ ਸਾਹਿਬ। ਮੈਂ ਉਸੇ ਸਵਾਲ ਦਾ ਜਵਾਬ ਕੇਪੀ ਤੈਨੂੰ ਦੇ ਰਹਾਂਗਾ ਕਿ ਇਹ ਜਿਹੜਾ ਮਾਮਲਾ ਹੈਗਾ ਇਹਨੂੰ ਇਹਦੇ ਨਾਲ ਨਾ ਜੋੜੋ। ਪੈਰੋਲ ਜਿਹੜੀ ਇਹਨੂੰ ਦਿੱਤੀ ਗਈ ਹੈ, ਇਹ ਬੀਜੇਪੀ ਨੇ ਮੱਛੀਆਂ ਭਰਨ ਵਾਸਤੇ। ਸਰ ਬੀਜੇਪੀ ਪੈਰੋਲ ਦਿੰਦੀ ਹੈ ਨਾ, ਮੈਂ ਤਾਂ ਸਵਾਲ ਕਰ ਰਿਹਾ ਸਰ, ਉਹ ਹਰਿਆਣਾ ਦੀ ਸਰਕਾਰ ਹੈ, ਪੈਰੋਲ ਦਿੰਦੀ ਪਈ ਹੈ, ਤੁਸੀਂ ਫੜ ਕੇ ਅੰਦਰ ਕਰੋ ਨਾ ਇੱਥੇ ਰਾਮ ਰਹੀਮ ਨੂੰ, ਇਸ ਕੇਸ ਵਿੱਚ ਲੈ ਕੇ ਆਓ ਜਿਹੜਾ ਕੇਸ ਤੁਸੀਂ ਕਹਿੰਦੇ ਹੋ ਸਾਡੇ ਕੋਲ ਮਜ਼ਬੂਤ ਸਬੂਤ ਹੈ। ਬੰਦੇ ਨੂੰ ਦਿੰਨੇ ਹੋ, ਉਹਦਾ ਇਨਫਲੂਐਂਸ ਕਿੱਥੋਂ ਤਾਈਂ ਹੈ, ਇਹ ਮੈਟਰ ਕਰਦਾ ਹੈ। ਇਹ ਬੰਦਾ ਜਿਹੜਾ ਹੈਗਾ ਸਰ ਰਾਮ ਰਹੀਮ, ਇਹਦਾ ਜਿਹੜੀ ਪੈਰੋਲ ਹੈ ਇਹ ਪੰਜਾਬ ਦੇ ਉੱਤੇ ਵੀ ਇਨਫਲੂਐਂਸ ਕਰਦੀ ਹੈ। ਠੀਕ ਹੈ ਸਰ, ਠੀਕ ਹੈ। ਹਾਂ ਵਸੀਮ ਰਾਜਾ ਬੋਲੋ। ਸਾਹਿਬ ਮੇਰੇ ਤੋਂ ਪਹਿਲਾਂ ਤਾਰਾ ਸਾਹਿਬ ਨੇ ਬੜੀ ਬਾਰ-ਬਾਰ ਇਸ ਤਰ੍ਹਾਂ ਦੀ ਗੱਲ ਪੇਸ਼ ਕੀਤੀ ਹੈ ਜਿੱਦਾਂ ਐ ਲੱਗਦਾ ਕਿ ਰਾਮ ਰਹੀਮ ਜਿਹੜਾ ਉਹ ਬੀਜੇਪੀ ਦਾ ਕਾਰਜਕਰਤਾ ਆ। ਬਾਰ-ਬਾਰ ਇਹ ਕਹਿ ਰਹੀ ਹੈ ਕਿ ਬੀਜੇਪੀ ਦੇ ਸਾਰੇ ਲੀਡਰ ਰਾਮ ਰਹੀਮ ਦੇ ਕੋਲ ਨਤਮਸਤਕ ਹੁੰਦੇ ਆ। ਇਹ ਪਹਿਲਾਂ ਪਿਛਲੇ ਇਤਿਹਾਸ ਨੂੰ ਵੀ ਦੇਖ ਲੈਣ, ਰਾਮ ਰਹੀਮ ਦੇ ਡੇਰੇ ਤੇ ਕੋਈ ਏਦਾਂ ਦੀ ਪੋਲੀਟੀਕਲ ਪਾਰਟੀ ਨਹੀਂ ਜਿਹੜੇ ਜਾ ਕੇ ਨਤਮਸਤਕ ਨਹੀਂ ਹੁੰਦੇ ਰਹੇ। ਕਾਂਗਰਸ ਦੇ ਸਾਰੇ ਲੀਡਰਾਂ ਦੀਆਂ ਫੋਟੋਆਂ ਉਹਨਾਂ ਦੇ ਨਾਲ, ਰਾਮ ਰਹੀਮ ਦੇ ਨਾਲ ਵਾਇਰਲ ਹੋਈਆਂ ਜਦੋਂ ਉਹ ਅਰੈਸਟ ਹੋਇਆ। ਇੱਕ ਗੱਲ ਹੋਰ ਧਿਆਨ 'ਚ ਰੱਖਣੀ ਚਾਹੀਦੀ ਇਹਨਾਂ ਨੂੰ
ਕਿ ਜਦੋਂ ਰਾਮ ਰਹੀਮ ਦੀ ਅਰੈਸਟ ਹੋਈ, ਜਦੋਂ ਰਾਮ ਰਹੀਮ ਗ੍ਰਿਫਤਾਰ ਕੀਤਾ ਗਿਆ, ਉਸ ਵੇਲੇ ਇਹੀ ਪੋਲੀਟੀਕਲ ਪਾਰਟੀਆਂ ਇਹ ਗੱਲ ਕਰ ਰਹੀ ਸੀ ਕਿ ਰਾਮ ਰਹੀਮ ਦੀ ਅਰੈਸਟ ਕਰਾ ਕੇ ਬੀਜੇਪੀ ਨੇ ਰਾਮ ਰਹੀਮ ਨੂੰ ਗ੍ਰਿਫਤਾਰ ਕਰਕੇ ਪੰਜਾਬ ਦੇ ਵਿੱਚ, ਪੰਜਾਬ ਦੇ 2017 ਦੇ ਇਲੈਕਸ਼ਨਾਂ ਦੇ ਵਿੱਚ ਲਾਹਾ ਲੈਣ ਦਾ ਪ੍ਰਯਾਸ ਕੀਤਾ। ਇੱਕ ਪਾਸੇ ਤੇ ਕਹਿੰਦੇ ਬੀਜੇਪੀ ਨੇ ਗ੍ਰਿਫਤਾਰ ਕੀਤਾ, ਅੱਜ ਦੂਜੇ ਪਾਸੇ ਇਹੀ ਸਰ बीजेपी ने नहीं किया सर। एक मिनट वसीम राजा जी करैक्ट कर लो सर, करैक्ट कर लो सर। पंचकूला दी सीबीआई कोर्ट दे विच, पंचकूला दी सीबीआई कोर्ट दे विच डिसीजन होया सर वसीम राजा, बीजेपी ने नहीं किया सर। बीजेपी लाम लश्कर नाल ਉਹਨੂੰ ਲੈ ਕੇ ਆਈ ਸੀਗੀ ਪੰਚਕੂਲੇ, ਤੁਸੀਂ ਉੱਥੇ ਨਹੀਂ ਹੈਗੇ ਸੀ, ਅਸੀਂ ਉੱਥੇ ਸੀ ਸਰ। ਬਿਲਕੁਲ ਬਿਲਕੁਲ ਜੀ ਬਿਲकुल। ਸਰਕਾਰ ਕਹਿੰਦੀ ਸੀ ਉਸ ਵੇਲੇ, ਸਰਕਾਰ ਕਹਿੰਦੀ ਸੀ ਉਸ ਵੇਲੇ ਲਾਮ ਲਸ਼ਕਰ ਨਾਲ ਲੈ ਕੇ ਆਈ, ਉਹਨੂੰ ਅਰੈਸਟ ਕੀਤਾ ਗਿਆ। ਜਿਸ ਹਾਲਾਤ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ पूरे देश ने चलो देखा। ठीक है वसीम राय ठीक है सर, मैं ब्रेक ले लें तो सर ब्रेक ले लें तो मैंने वसीम राय जी उस सरकार ने ਉਹਨੂੰ ਭੱਜਣ ਨਹੀਂ ਦਿੱਤਾ, ਉਹਨੂੰ ਅਰੈਸਟ ਕੀਤਾ, ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ। ਅੱਜ ਜਿਹੜੀ ਪੈਰੋਲ ਤੇ ਉਹ ਬਾਹਰ ਆ ਰਿਹਾ, ਇੱਕ ਪੈਰੋਲ ਮਿਲਣਾ ਹਰ ਵਿਅਕਤੀ ਦਾ, ਹਰ ਇੱਕ ਮੁਜਰਮ ਦਾ ਇੱਕ ਅਧਿਕਾਰ ਹੁੰਦਾ ਕਿ ਜੇ ਕੋਈ ਪ੍ਰੋਬਲਮ ਹੈ ਉਹ ਪੈਰੋਲ ਲੈ ਸਕਦਾ। फैसला सरकारां ने करना हुंदा, फैसला कोर्ट ने करना हुंदा, वो देख के। बाकी ਜਿਹੜੀ ਗੱਲ ਰਹਿ ਗਈ, ਜਿਹੜੇ ਕੱਲ ਦਾ ਐਪੀਸੋਡ ਹੋਇਆ, ਜੇ ਕੋਈ ਵਿਅਕਤੀ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਅਰਦਾਸ ਕਰਦਾ, ਉਹਨੂੰ ਅਰੈਸਟ ਕੀਤਾ ਜਾਏਗਾ ਪੰਜਾਬ 'ਚ। ਜੇ ਕੋਈ ਇਹਨੂੰ ਪ੍ਰਧਾਨ ਮੰਤਰੀ ਨਾਲ ਨਾ ਕੰਪੇਅਰ ਕਰੋ। ਇੱਕ ਮਿੰਟ ਨਹੀਂ ਇੱਕ ਮਿੰਟ ਬੋਲਣ ਦਿਓ, ਕਿੰਗਰ ਸਾਹਿਬ ਬੋਲਣ ਦਿਓ। ਪ੍ਰਾਂਤ ਤੇ ਬੀਜੇਪੀ ਦਾ ਸਵਾਗਤ ਕਰੇਗਾ, ਉਸ ਬੰਦੇ ਨੂੰ ਚੱਕ ਕੇ ਜੇਲ੍ਹ 'ਚ ਸੁੱਟਿਆ ਜਾਏਗਾ। ਚਲੋ ਠੀਕ ਕਿਸ ਤਰ੍ਹਾਂ ਦੀ ਪੋਲਿਟਿਕਸ ਹੋ ਰਹੀ ਪੰਜਾਬ 'ਚ? ਠੀਕ ਹੈ ਸਰ, ਪੰਜਾਬ 'ਚ ਕਿਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ? ਠੀਕ ਹੈ ਸਰ, ਠੀਕ ਹੈ। ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਤੁਸੀਂ ਬਹੁਤ ਮੁੱਦੇ ਨੂੰ ਭੜਕਾਤਾ, ਵਧੀਆ ਤਰੀਕੇ ਨਾਲ ਭੜਕਾਇਆ। ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆਉਂਗਾ। ਸਾਰੇ ਸਵਾਲ ਹੈ ਇਹ ਰਾਮ ਰਹੀਮ ਦੇ ਨਾਲ ਜੁੜੇ ਹੋਏ ਰਾਜਨੀਤੀ ਦੇ ਸਵਾਲ ਹੈ, ਜਿਹਨੂੰ ਸਾਨੂੰ ਤਹਿ ਤੱਕ ਸਮਝਣਾ ਪਵੇਗਾ। ਤੁਹਾਨੂੰ ਇਹ ਨਹੀਂ ਸਮਝਾ ਰਹੇ, ਤੁਹਾਨੂੰ ਸਿਰਫ ਇਹ ਦੱਸ ਰਹੇ ਆ ਕਿ ਉਹ ਸਿਰਫ 48 ਘੰਟੇ ਲਈ ਜੇਲ੍ਹ ਚੋਂ ਬਾਹਰ ਕੱਢਿਆ ਗਿਆ, ਕਸਟੋਡੀਅਲ ਪੈਰੋਲ ਦਿੱਤੀ ਗਈ ਹੈ। ਇਸ ਦੇ ਨਾਲ ਇੱਕ ਬੇਸ ਤਿਆਰ ਹੁੰਦਾ। ਉਹ ਬੇਸ ਕਿਹੜਾ ਤਿਆਰ ਹੁੰਦਾ? ਉਹ ਵੋਟ ਬੈਂਕ ਦਾ ਬੇਸ ਵੀ ਹੋ ਸਕਦਾ, ਉਹ ਇਹਨਾਂ ਦੇ ਪੈਰੋਕਾਰਾਂ ਦੇ ਵਿੱਚ ਆਪਦੀ ਪੈਂਠ ਬਣਾਉਣ ਦਾ ਬੇਸ ਵੀ ਹੋ ਸਕਦਾ, ਅਤੇ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਕਿਸਾਨ ਸੰਘਰਸ਼ ਦੇ ਜਿਹੜਾ ਇਹ ਸਾਰਾ ਰਾਜਨੀਤੀ ਹੋ ਰਹੀ ਹੈ ਉਸ ਦਾ ਬੇਸ ਵੀ ਹੋ ਸਕਦਾ। ਬਹੁਤ ਸਾਰੇ ਸਵਾਲ ਸਾਰੇ ਸਵਾਲ ਕਰ ਰਹੇ, ਵਾਪਸ ਆ ਰਹੇ। ਸਵਾਲ ਕਰਦੇ ਹਾਂ ਕਿ ਪੈਰੋਲ ਪਿੱਛੇ ਪੋਲੀਟੀਕਲ ਪਲਾਨਿੰਗ ਹੈ। ਅਸੀਂ ਵੱਡਾ ਸਵਾਲ ਇੱਕੋ ਪੁੱਛ ਰਹੇ ਹਾਂ, ਰਾਮ ਰਹੀਮ ਨੂੰ ਪੈਰੋਲ ਦੇਣਾ ਪੰਜਾਬ ਦੇ ਮਾਹੌਲ ਨੂੰ ਕਿਹੜਾ ਖਤਰਾ? ਅਰਸ਼ਦੀਪ ਸਿੰਘ ਕਲੇਰ ਜਥੇਦਾਰ ਸਾਹਿਬ ਨੇ ਚਿੰਤਾ ਜਤਾਈ ਹੈ। ਹੁਣੇ ਵਸੀਮ ਰਾਜਾ ਜੀ ਕਹਿ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਬਾਰੇ ਉਹਨਾਂ ਨੇ ਅਰਦਾਸ ਕੀਤੀ ਤੇ ਇਸ ਕਰਕੇ ਉਹਨਾਂ ਨੂੰ ਅੰਦਰ ਦੇ ਦਿੱਤਾ ਗਿਆ। ਕਲੇਰ ਸਾਹਿਬ ਮੈਨੂੰ ਇੱਕ ਤਾਂ ਇਹ ਦੱਸੋ, ਧਾਰਮਿਕ ਭਾਵਨਾ ਭੜਕਾਉਣ ਦੇ ਤਹਿਤ ਕੇਸ ਦਰਜ ਕੀਤਾ ਗਿਆ, ਕਿਹੜੇ ਮਾਮਲੇ ਤਹਿਤ ਉਸ ਪਾਠੀ ਸਿੰਘ ਨੂੰ ਅੰਦਰ ਕੀਤਾ ਗਿਆ? केपी देखो एक गल बिल्कुल स्पष्ट है कि वसीम राजा जी शायद ये चीज़ों की जानकारी नहीं रखते कि ऑलरेडी एक अकाल तख्त साहब तो सिखा लिए हुक्मनामा है कि किसी ने इस बंदे नाल साझ नहीं रखनी, और वो बंदे लिए कोई गुरुद्वारा साहब दे विच बाणे दे विच खड़ा होकर अरदास करे, ये सीधा सीधा धार्मिक भावनावां भड़काउण वाला केस है। सो वसीम राजा जी ये चीज़ां पता होनी चाहिए ने। और दूजी जिहड़ी वड्डी गल है वसीम राजा जी के पैरोल देना थोड़े मुताबक कि जी ये रूटीन दा काम है, नहीं। जे वो राम रहीम ते एलीगेशन है, वो हीनियस क्राइम दे विच फॉल करदा है, और हीनियस क्राइम दे किसी भी दोषी नूं पैरोल मैटर ऑफ राइट नहीं हैगा। ये सुप्रीम कोर्ट दी जजमेंट है, तुहानूं ये चीज़ ते भी क्लीयर होना चाहिए। और तीसरी जिहड़ी वड्डी गल है केपी जी, गल अज पैरोल दी नहीं, गल अज गल देखण वाली हैगी है कि सीक्वेंस ऑफ इवेंट्स है की है। अरदास हुंदी है, उधर पैरोल ते छड्डिया जांदा है। अरदास भी दो बंदे लई हुंदी है, प्रधानमंत्री मोदी लिए और डेरा सरसा लिए। सो छड्डिया किहनूं जांदा है? सरसे वाले नूं छड्डदा कौन है? बीजेपी दी सरकार छड्डदी है। सो ये जिहड़ी सीक्वेंस ऑफ इवेंट्स है, ये किते ना किते इशारा करदी है कि किस तरह का षड्यंत्र दोबारा रचिया जा रहा है। और मेरे बहुत सत्कारयोग है किंगरा साहब, मैं किंगरा साहब नूं भी एक सवाल करदा कि फोटोआं बहुत होणगीਆਂ किंगरा साहब, ਉਹ ਪੁਰਾਣੀਆਂ ਕੋਈ ਫੋਟੋਆਂ ਤੁਸੀਂ ਲਿਆਓਗੇ, ਦਿਖਾਓਗੇ, 10 ਤੁਸੀਂ ਦਿਖਾਓਗੇ, 10 ਮੈਂ ਦਿਖਾ ਦੂੰਗਾ। ਮੈਂ ਨਹੀਂ ਦਿਖਾਉਂਦਾ। ਕੱਲ ਜੋ ਜੈਜੀਤ ਸਿੰਘ ਜੋ ਜੋਹਲ ਨੇ ਓਪਨਲੀ ਪ੍ਰੈਸ ਕਾਨਫਰੰਸ ਕੀਤੀ ਔਰ ਡੇਰੇ ਦਾ ਸਾਥ ਲੈ ਕੇ ਉੱਥੇ ਸੇਵਾ ਜਾਂ ਲੰਗਰ ਦੀ ਜੋ ਵੀ ਗੱਲ ਕਰਦੇ ਸੀ, ਅੱਜ ਤੱਕ ਕਿਸੇ ਕਾਂਗਰਸ ਦੇ ਲੀਡਰ ਨੇ ਕੰਟਰਡਿਕਟ ਨਹੀਂ ਕੀਤਾ, ਤਾਂ ਉਹ ਵੀ ਲੋਕਾਂ ਨੂੰ ਦਸੀਏ ਆਪਾਂ। ਸੋ ਮੇਰੀ ਅੰਤ ਦੇ ਵਿੱਚ ਮੈਂ ਬੇਨਤੀ ਕੇਪੀ ਜੀ ਇਸ ਗੱਲ ਤੇ ਸਮਾਪਤ ਕਰੂੰਗਾ ਕਿ ਇਸ ਗੱਲ ਨੂੰ ਇੱਕ ਬਹੁਤ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਦੁਬਾਰਾ ਮੈਂ ਫਿਰ ਆਪਣੇ ਸਟੈਂਡ ਤੇ ਕਾਇਮ ਆ ਕਿ ਉਹੀ ਜਿਹੜੀਆਂ ਪੰਜਾਬ ਮਾਰੂ, ਦੇਸ਼ ਮਾਰੂ ਔਰ ਅਮਨ ਤੇ ਭਾਈਚਾਰਕ ਸਾਂਝ ਮਾਰੂ ਏਜੰਸੀਆਂ ਐਕਟਿਵ ਹੋ ਚੁੱਕੀਆਂ ਨੇ ਔਰ ਦੁਬਾਰਾ ਲਾਂਬੂ ਲਾਉਣ ਦੀ ਤਿਆਰੀ ਹੈ। ਠੀਕ ਹੈ। ਅਰਜੀਕਦਾਰਾ ਸਾਹਿਬ,
ਸਰ ਇੱਕ ਮੈਨੂੰ ਥੋੜਾ ਜਿਹਾ ਟੈਕਨੀਕਲੀ ਵੀ ਸਮਝਾ ਦਿਓ ਸਰ। ਇੱਕ ਤਾਂ ਰਾਮਚੰਦਰ ਛਤਰਪਤੀ ਵਾਲਾ ਕੇਸ, ਇੱਕ ਉਹ ਬਲਾਤਕਾਰ ਵਾਲਾ ਕੇਸ, ਇਸ ਤੋਂ ਬਾਅਦ ਜਿਹੜੇ ਪੈਂਡਿੰਗ ਮਾਮਲੇ ਆ, ਇੱਕ ਤਾਂ ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਮਾਮਲਾ, ਇੱਕ ਡੇਰਾ ਪ੍ਰਬੰਧਕ ਰਣਜੀਤ ਸਿੰਘ ਦਾ ਕਤਲकांड। ਐਡੇ ਸੰਗੀਨ ਮਾਮਲੇ ਜਦੋਂ ਪੈਂਡਿੰਗ ਪਏ ਹੋਣ, ਅਰਜੀਤ ਗੁਦਾਰਾ ਸਾਹਿਬ, ਕਿਹੜੀ ਸਿਆਸਤ ਹੈ ਜਾਂ ਕਿਹੜਾ ਕਾਨੂੰਨ ਹੈ ਇਜਾਜ਼ਤ ਦਿੰਦਾ ਕਿ ਪੈਰੋਲ ਦਿੱਤੀ ਜਾਵੇ? ਸਰ ਗੁਦਾਰਾ ਸਾਹਿਬ ਮੈਨੂੰ ਟੈਕਨੀਕਲੀ ਵੀ ਸਮਝਾ ਦਿਓ ਸਰ ਥੋੜਾ ਜਿਹਾ। ਸਰ ਤੁਹਾਡੀ ਗੱਲ ਦਾ ਮੈਂ ਬਿਲਕੁਲ ਰਿਸਪੌਂਡ ਕਰਾਂਗਾ। ਮੈਂ ਦੋ ਤਿੰਨ ਗੱਲਾਂ ਛੋਟੀ ਛੋਟੀ ਕਹਿ ਦਿਆਂ। ਇੱਕ ਤਾਂ ਬਹੁਤ ਚੰਗਾ ਹੁੰਦਾ, ਵਸੀਮ ਰਾਜਾ ਜੀ ਨੇ ਕਿਹਾ ਸੀ ਕੋਰਟ ਨੇ ਪੈਰੋਲ ਦਿੱਤੀ, ਉਹ ਦੱਸ ਦਿੰਦੇ ਕਿਹੜੀ ਕੋਰਟ ਨੇ ਦਿੱਤੀ ਹੈ, ਕਿਹੜੀ ਤਰੀਕ ਨੂੰ ਆਰਡਰ ਹੈਗਾ। ਕਿਉਂਕਿ ਕਈ ਵਾਰ ਕੀ ਹੁੰਦਾ, ਟੀਵੀ ਤੇ ਬੋਲਣ ਲੱਗਿਆ ਬਹੁਤ ਸੌਖਾ ਹੁੰਦਾ ਹੈ ਕਿ ਕਿਸੇ ਆਪਣੇ ਪਾਸੋਂ ਗੱਲ ਲਾ ਕੇ ਦੂਜੇ ਪਾਸੇ ਦੇ ਦਿਓ, ਤੇ ਸਬੂਤ ਆਪਾਂ ਨੂੰ ਫੈਕਟਸ ਵੀ ਦੇ ਦੇਣੇ ਚਾਹੀਦੇ ਨੇ। ਜੇ ਅਸੀਂ ਫੈਕਟਸ ਨਹੀਂ ਦਿੰਦੇ ਤਾਂ ਪੂਰੀ ਗੱਲ ਤੇ ਹੀ ਕ੍ਰੈਡੀਬਿਲਿਟੀ ਤੇ ਸਵਾਲ ਖੜਾ ਹੋ ਜਾਂਦਾ ਹੈ। ਦੂਜਾ ਇਹ ਗੱਲ ਠੀਕ ਹੈ ਕਿ ਉਦੋਂ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸੀ ਜਦੋਂ ਇਹਨੂੰ ਸਜ਼ਾ ਹੋਈ 25/8/2017 ਨੂੰ, ਪਰੰਤੂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਕਹਿਣਾ ਬੜਾ ਖਰਾਬ ਹੈ। ਕੋਰਟ ਨੇ ਸਜ਼ਾ ਦਿੱਤੀ, ਉਸ ਤੋਂ ਬਾਅਦ ਕੀ ਸੀ ਰਹਿ ਗਿਆ ਸੀ ਕਿ ਗ੍ਰਿਫਤਾਰ ਨਾ ਕਰਦੇ? ਕਿ ਇਹ ਵੀ ਹੋ ਸਕਦਾ ਸੀ ਕਿ ਉਹਨੂੰ ਗ੍ਰਿਫਤਾਰ ਨਾ ਕੀਤਾ ਜਾਂਦਾ, ਪਰ ਗ੍ਰਿਫਤਾਰੀ ਕਿਵੇਂ? ਸਰਸੇ ਤੋਂ ਲਾਓ ਲਸ਼ਕਰ ਨਾਲ ਇੱਥੇ ਹੁਣ ਰੁਕ ਰਹੇ ਨੇ, ਇੱਥੇ ਆ ਕਰ ਰਹੇ ਨੇ, ਸੈਂਕੜਾ ਗੱਡੀਆਂ ਜਿੱਥੇ ਪੰਚਕੂਲੇ ਤੱਕ ਆਈਆਂ, ਜਿੱਥੇ ਤੁਸੀਂ ਤਾਂ ਉੱਥੇ ਸੀ ਕੇਪੀ ਜੀ, 144 ਲੱਗੀ ਸੀ, ਇੰਨੇ ਹਾਲਾਤ ਖਰਾਬ ਸੀ, ਉੱਥੇ ਗੱਡੀਆਂ ਆਈਆਂ। ਉਸ ਤੋਂ ਬਾਅਦ ਆਪਾਂ ਇਹ ਗੱਲ ਨਾ ਭੁੱਲੀਏ ਕਿ ਉਸ ਤੋਂ ਬਾਅਦ ਡੇਰੇ ਤੋਂ ਕੋਰਟ ਦੇ ਵਿੱਚੋਂ ਕਿਸ ਤਰ੍ਹਾਂ ਹੈਲੀਕਾਪਟਰ ਤੇ ਲਿਜਾਇਆ ਗਿਆ, ਨਾਲ ਅਨੁਯਾਈ ਜਿਹੜੇ ਸੀ ਉਹਨਾਂ ਨੂੰ ਵੀ ਲਿਜਾਇਆ ਗਿਆ। ਇਹ ਆਓ ਭਗਤ ਹੋ ਰਹੀ ਸੀ, ਉਹ ਵੋਟਾਂ ਦੇ ਜਿਹੜੀ ਵੋਟਾਂ ਦਵਾਈਆਂ ਸੀ ਉਹਦੇ ਬਦਲੇ 'ਚ ਇੱਕ ਗ੍ਰਿਫਤਾਰੀ ਸੀਗੀ। ਇਹ ਸਾਨੂੰ ਬਿਲਕੁਲ ਧਿਆਨ ਰੱਖਣਾ ਚਾਹੀਦਾ ਹੈ। ਫਿਰ ਰਹਿ ਗਈ ਸਾਰੀ ਪਾਰਟੀਆਂ ਨੇ ਸਮਰਥਨ ਕੀਤਾ, ਇਹ ਗੱਲ ਠੀਕ ਹੈ। ਕਿੰਗਰਾ ਜੀ ਨੇ ਵੀ ਕਿਹਾ ਤੇ ਕਲੇਰ ਸਾਹਿਬ ਨੇ ਵੀ ਕਿਹਾ, ਫੋਟੋਆਂ ਪਾਰਟੀਆਂ ਦੀ ਸਾਰਿਆਂ ਦੀ ਹੈਗੀਆਂ ਤੇ ਸਾਰੀਆਂ ਹੀ ਮਾੜੀ ਗੱਲ ਹੈ। ਸਾਰਿਆਂ ਨੇ ਇਹਨੂੰ ਪ੍ਰਮੋਟ ਕੀਤਾ, ਇਹਨੂੰ ਸਪੋਰਟ ਲੈਣ ਵਾਸਤੇ ਇਹਨੂੰ ਰਿਕੋਗਨੀਸ਼ਨ ਦਿਲਵਾਈ। ਇਹ ਖਤਰਨਾਕ ਗੱਲ ਹੈ, ਮਾੜੀ ਗੱਲ ਹੈ। ਬਟ ਜਦੋਂ ਇਹ ਮਾਮਲਾ ਆਇਆ ਸਾਹਮਣੇ, ਇਹਦੀ ਹਿਰਾਸਤ ਦਾ ਮਾਮਲਾ ਆਇਆ, ਸਜ਼ਾ ਹੋ ਗਈ, ਉਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਤੇ ਉਸ ਤੋਂ ਬਾਅਦ ਵਾਲੇ ਚੋਣ ਦੇ ਵਿੱਚ ਵੀ ਇਹਨਾਂ ਨੇ ਸਪੋਰਟ ਲਈ। ਇਸ ਕਰਕੇ ਸਵਾਲ ਵੱਡਾ ਬਣ ਜਾਂਦਾ ਹੈ। ਤੇ ਮੋਰ ਓਵਰ ਬਾਕੀ ਪਾਰਟੀਆਂ ਜੇ ਅੱਜ ਪੈਰੋਲ ਦੇ ਰਹੀ ਹੁੰਦੀ ਜਾਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਦੀ ਸਪੋਰਟ ਕਰ ਰਹੀ ਹੁੰਦੀ ਤੇ ਫਿਰ ਉਹ ਫੋਟੋਆਂ ਬਿਲਕੁਲ ਰੈਲੇਵੈਂਟ ਹੋ ਜਾਂਦੀਆਂ ਨੇ। ਪਰ ਇੱਥੇ ਬੀਜੇਪੀ ਦੀ ਫੋਟੋਆਂ ਤੇ ਬੀਜੇਪੀ ਦੀ ਵੋਟਾਂ ਲੈਣਾ ਜ਼ਿਆਦਾ ਰੈਲੇਵੈਂਟ ਹੋਰਾਂ ਤੋਂ ਜ਼ਿਆਦਾ ਹੈਗਾ, ਇਹਨੂੰ ਸਵੀਕਾਰ ਕਰਨਾ ਪਏਗਾ। ਹੁਣ ਤੁਸੀਂ ਕਿਹਾ ਕਿ ਕਿੰਨਾ ਪੈਰੋਲ ਮਿਲਣ ਦੀ ਗੱਲ ਹੈ। ਜਿਸ ਤਰ੍ਹਾਂ ਦੇ ਆਰੋਪ ਨੇ, ਦੋ ਤਿੰਨ ਗੱਲਾਂ ਬਹੁਤ ਰੈਲੇਵੈਂਟ ਨੇ। ਜਿਵੇਂ ਕਲੇਰ ਸਾਹਿਬ ਨੇ ਕਿਹਾ ਹੀਨੀਅਸ, ਹੈਬਿਚੁਅਲ ਆਫੈਂਡਰ, ਹੀਨੀਅਸ ਆਫੈਂਸ, ਇਹਨਾਂ ਤੇ ਸਜ਼ਾ ਹੋਈ ਹੋਵੇ, ਸਜ਼ਾ ਕਿੰਨੀ ਹੋਈ ਹੋਵੇ, ਸਜ਼ਾ ਹੋਈ ਨੂੰ ਕਿੰਨੀ ਦੇਰ ਹੋਈ ਹੋਵੇ। ਤੁਸੀਂ ਵੇਖੋ ਜਿਹੜਾ ਛਤਰਪਤੀ ਦੀ ਹੱਤਿਆ ਦੇ ਕੇਸ ਦੇ ਸਜ਼ਾ ਹੋਈ ਹੈ ਉਹਨੂੰ ਕਰੀਬ 2 ਸਾਲ ਹੋਏ ਨੇ ਨਾ, 17/1/2019 ਨੂੰ ਸਜ਼ਾ ਹੋਈ ਸੀ ਉਹ। ਹੁਣ 2 ਸਾਲ ਬਾਅਦ ਇੱਕ ਵਾਰ ਪਹਿਲਾਂ ਪੈਰੋਲ ਦੇਤੀ, ਦੂਜੀ ਵਾਰ ਅੱਜ ਦੇਤੀ, ਤੇ ਦੂਜੇ ਕੇਸ ਨੂੰ ਹਲੇ ਅਗਸਤ 2017 ਦੀ ਗੱਲ ਹੈ। ਹੁਣ ਕੋਈ ਤਾਂ ਟਾਈਮ ਹੋਏਗਾ ਨਾ, ਤੁਹਾਨੂੰ ਇੰਨੀ ਲੰਬੀ ਸਜ਼ਾ ਹੈ, ਇੱਕ ਸਜ਼ਾ ਪੂਰੀ ਹੋਣੀ ਹੈ, ਉਸ ਤੋਂ ਬਾਅਦ ਦੂਜੀ ਸ਼ੁਰੂ ਹੋਣੀ ਹੈ। ਇਸ ਦੇ ਵਿੱਚ ਤੁਸੀਂ ਆਰਾਮ ਨਾਲ ਪੈਰੋਲ ਦੇ ਦਿੰਦੇ ਹੋ। ਫਿਰ ਇਲਨੈਸ ਬਾਰੇ ਸਾਨੂੰ ਨਹੀਂ ਪਤਾ, ਕੋਈ ਸਰਟੀਫਿਕੇਟ, ਕੋਈ ਰਿਪੋਰਟ ਜਿਹੜੀ ਹੈ ਉਹ ਸਰਕਾਰ ਸਾਰਵਜਨਿਕ ਕਿਉਂ ਨਹੀਂ ਕਰਦੀ? ਉਹ ਲਾਅ ਐਂਡ ਆਰਡਰ ਬਾਰੇ ਉਹਨਾਂ ਦੀ ਕੀ ਸਮਝ ਹੈ, ਉਹਨਾਂ ਦੀ ਕੀ ਰਿਪੋਰਟ ਹੈ, ਕਿਉਂ ਨਹੀਂ ਸਾਰਵਜਨਿਕ ਕਰ ਦਿੰਦੀ? ਹੀਨੀਅਸ ਕ੍ਰਾਈਮ ਜਿਸ ਤਰ੍ਹਾਂ ਦੇ ਅਪਰਾਧ ਨੇ, ਜਿੰਨੀ ਸਜ਼ਾ ਹੈ, ਉਹਦੇ ਬਾਰੇ ਉਹ ਕਿਉਂ ਨਹੀਂ ਰਿਪੋਰਟ ਸਾਰਵਜਨਿਕ ਕਰ ਦਿੰਦੀ, ਤਾਂ ਕਿ ਅਸੀਂ ਵੀ ਸਾਰੇ ਵੇਖ ਲਈਏ, ਲੋਕ ਵੀ ਵੇਖ ਲੈਣ ਕਿ ਆਖਿਰ ਸਰਕਾਰ ਆਰਗੂਮੈਂਟ ਕੀ ਦੇ ਰਹੀ ਹੈ। ਸਰਕਾਰ ਦੇ ਅਧਿਕਾਰੀਆਂ ਨੇ ਕੀ ਕਾਗਜ਼ ਤਿਆਰ ਕੀਤੇ ਨੇ, ਜਾਂ ਕਿ ਲਿਖ ਦਿੱਤਾ ਕਿਉਂਕਿ ਮੁੱਖ ਮੰਤਰੀ ਜੀ ਦਾ ਫੋਨ ਆਇਆ ਹੈ ਕਿ ਇਹਨਾਂ ਨੂੰ ਪੈਰੋਲ ਦੇਣੀ ਹੈ ਤੇ ਲਿਖ ਦਿੱਤਾ ਕਿ ਨਹੀਂ ਮਾਤਾ ਬਿਮਾਰ ਹੈ ਇਸ ਕਰਕੇ ਦੇ ਦਿਓ। ਦੂਜੇ ਨੇ ਲਿਖਦਾ ਕਿ ਲਾਅ ਐਂਡ ਆਰਡਰ ਨੂੰ ਕੋਈ ਖਤਰਾ ਨਹੀਂ ਹੋਏਗਾ, ਪੈਰੋਲ ਦੇ ਦਿਓ। ਇਹ ਕਾਫੀ ਨਹੀਂਗਾ। ਤੁਹਾਨੂੰ ਪੂਰੇ ਅਤੀਤ ਨੂੰ, ਪੂਰੇ ਇਤਿਹਾਸਿਕ ਜਿਹੜੇ ਵਿਵਰਣ ਨੇ ਉਹਨਾਂ ਨੂੰ ਧਿਆਨ 'ਚ ਰੱਖਣਾ, ਤੁਹਾਨੂੰ ਰੱਖ ਕੇ ਤੁਹਾਨੂੰ ਕਹਿਣਾ ਪਏਗਾ। ਇਹ ਹੀ ਬੀਜੇਪੀ ਦੀ ਸਰਕਾਰ ਸੀ। ਪਹਿਲਾਂ ਲੋਕਾਂ ਨੂੰ, ਲੱਖਾਂ ਲੋਕਾਂ ਨੂੰ ਇਕੱਠੇ ਹੋਣ ਦਿੱਤਾ ਪਿਆ ਗਿਆ, ਫਿਰ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਕਿਸ ਤਰ੍ਹਾਂ ਗੋਲੀਆਂ ਚੱਲੀਆਂ ਉੱਥੇ, ਕਿਸ ਤਰ੍ਹਾਂ ਲੋਕ ਮਾਰੇ ਗਏ, ਇਹ ਸਾਰੀ ਗੱਲਾਂ ਇਸੇ ਸਰਕਾਰ ਦੇ ਦੌਰਾਨ ਹੋਈਆਂ ਸੀ। ਇਸ ਕਰਕੇ ਸਰਕਾਰ ਸਿੰਪਲੀ ਕਹਿ ਕੇ ਨਹੀਂ ਬਚ ਸਕਦੀ ਕਿ ਇਹ ਤਾਂ ਜੀ ਕਾਨੂੰਨ ਦਾ ਹਰੇਕ ਦਾ ਅਧਿਕਾਰ ਹੈ। ਗੁਦਾਰਾ ਸਾਹਿਬ ਮੈਂ ਟੈਕਨੀਕਲ ਤੁਹਾਡੇ ਤੋਂ ਸਮਝਣਾ ਚਾਹ ਰਿਹਾ ਸੀਗਾ। ਇੱਕ 2017 ਦੇ ਵਿੱਚ ਸਜ਼ਾ ਹੁੰਦੀ ਹੈ ਇੱਕ ਕੇਸ ਦੇ ਵਿੱਚ, ਇੱਕ ਮਾਮਲਾ 2019 ਦੇ ਵਿੱਚ ਆ, ਜਿਹੜੇ ਦੋ ਇਸ ਤੋਂ ਜਿਹੜੇ ਪੈਂਡਿੰਗ ਮਾਮਲੇ ਸਰ ਉਹਨਾਂ ਨੂੰ ਧਿਆਨ 'ਚ ਨਹੀਂ ਰੱਖਿਆ ਜਾਂਦਾ ਸਰ। ਮੇਰਾ ਸਵਾਲ ਤਾਂ ਉਹ ਹੈ ਸਰ। ਹਾਂ ਸਰ, ਮੈਂ ਉਹੀ ਕਹਿ ਰਿਹਾ ਨਾ, ਉਹ ਜਿਹੜੇ ਮਾਮਲੇ ਨੇ ਉਹ ਲਾਅ ਐਂਡ ਆਰਡਰ ਨਾਲ, ਉਹਦੇ ਹੈਬਿਚੁਅਲ ਆਫੈਂਡਰ ਹੋਣ ਨਾਲ ਰਿਲੇਟ ਕਰਦੇ ਨੇ। ਇਸ ਕਰਕੇ ਰਿਪੋਰਟਾਂ ਦੇ ਵਿੱਚ ਕੀ ਲਿਖਿਆ ਇਹਨਾਂ ਨੇ, ਦੈਟ ਇਜ਼ ਰੈਲੇਵੈਂਟ। ਇਸੇ ਕਰਕੇ ਮੈਂ ਕਹਿ ਰਿਹਾ ਕਿ ਰਿਪੋਰਟ ਸਾਰਵਜਨਿਕ ਹੋਏਗੀ ਤੇ ਉਹਨਾਂ ਨੂੰ ਕਿਵੇਂ ਡੀਲ ਕੀਤਾ ਉਸ ਤੋਂ ਪਤਾ ਲੱਗੇਗਾ ਨਾ। ਸਰਕਾਰ ਸਾਰਵਜਨਿਕ ਨਹੀਂ ਕਰ ਰਹੀ, ਇਹਦਾ ਮਤਲਬ ਹੈ ਸਰਕਾਰ ਨੇ ਉਹ ਸਾਰੇ ਐਸਪੈਕਟ ਕੰਸੀਡਰ ਨਹੀਂ ਕੀਤੇ, ਸਿਰਫ ਮੁੱਖ ਮੰਤਰੀ ਜੀ ਦਾ ਇੱਕ ਫੋਨ ਹੀ ਕੰਸੀਡਰ ਕੀਤਾ। ਤੇ ਮੁੱਖ ਮੰਤਰੀ ਜੀ ਨੂੰ ਫੋਨ ਕਿੱਥੋਂ ਆਇਆ ਹੋਣਾ? ਪੰਜਾਬ ਦੇ ਚੋਣਾਂ, ਪੰਜਾਬ ਦੇ ਹਾਲਾਤ ਨੂੰ ਵੇਖਦੇ ਹੋਇਆ ਕਿ ਉੱਥੇ ਬੀਜੇਪੀ ਨੇ ਕੀ ਖੇਡ ਰਚਨਾ ਹੈ, ਉਹਦੇ ਕਰਕੇ ਜਿਹੜੀ ਸੈਂਟਰ ਤੋਂ ਅਮਿਤ ਸ਼ਾਹ ਜਾਂ ਮੋਦੀ ਦਾ ਫੋਨ ਆਇਆ ਹੋਣਾ, ਉਹ ਮੁੱਖ ਮੰਤਰੀ ਨੇ ਅੱਗੇ ਕਮਿਊਨੀਕੇਟ ਕਰ ਦਿੱਤਾ ਹੈ। ਇਹ ਬਿਲਕੁਲ ਸਾਫ਼ ਕੇਸ ਬਣਦਾ ਹੈ। ਠੀਕ ਹੈ ਵਸੀਮ ਰਾਜਾ ਜੀ, ਸਰ ਤੁਸੀਂ ਜਿਹੜੇ ਸੀਕੁਐਂਸ ਦੇ ਤਹਿਤ ਜਿਹੜਾ ਬੇਸ ਬਣਾ ਕੇ ਤੁਸੀਂ ਇਹ ਕਸਟੋਡੀਅਲ ਪੈਰੋਲ ਦਿੱਤੀ ਹੈ ਸਰ, ਉਹ ਰਿਪੋਰਟ ਜਨਤਕ ਕਰ ਦਿਓ ਨਾ ਸਰ।
ਕਿਉਂਕਿ ਟਰਾਂਸਪੇਰੈਂਸੀ ਤਾਂ ਰਹਿਣੀ ਚਾਹੀਦੀ ਹੈ, ਲੋਕਾਂ 'ਚ ਪਤਾ ਲੱਗਣਾ ਚਾਹੀਦਾ ਕਿ ਤੁਹਾਡਾ ਐਵੇਂ ਅਕਸ ਖਰਾਬ ਕਰੀ ਜਾਂਦੇ ਸਾਰੇ ਲੋਕ। ਵਸੀਮ ਰਾਜਾ ਜੀ ਪੀ ਜੀ ਗੱਲ ਇਸ ਤਰ੍ਹਾਂ ਆ ਕਿ ਜਦੋਂ ਕਸਟੋਡੀਅਲ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ, ਰਾਮ ਰਹੀਮ ਨੂੰ ਕਸਟੋਡੀਅਲ ਪੈਰੋਲ ਦਿੱਤੀ ਗਈ, ਉਸ ਨੂੰ ਜੇ ਪਹਿਲਾਂ ਸਾਰਵਜਨਿਕ ਕਰਦੇ, ਜੇ ਸਰਕਾਰਾਂ ਪਹਿਲਾਂ ਹੀ ਸਾਰਿਆਂ ਦੇ ਸਾਹਮਣੇ ਰੱਖ ਦਿੰਦੇ ਤਾਂ ਉਹ ਮਾਹੌਲ ਹੋਰ ਵੀ ਖਰਾਬ ਹੋ ਸਕਦਾ ਸੀ, ਕੋਈ ਹੋਰ ਐਪੀਸੋਡ ਹੋ ਸਕਦਾ ਸੀ। ਇਸ ਕਰਕੇ ਇਲਨੈਸ ਕਰਕੇ ਮਾਂ ਨੂੰ ਦੇਖਣ ਵਾਸਤੇ 48 ਘੰਟੇ ਦੀ ਪੈਰੋਲ ਸਰਕਾਰ ਵੱਲੋਂ ਦਿੱਤੀ ਗਈ ਆ। ਹੋਰ ਇਹਨੂੰ ਇਹ ਬਹੁਤ ਜ਼ਿਆਦਾ ਇਹ 48 ਘੰਟੇ ਦੀ ਕਸਟੋਡੀਅਲ ਪੈਰੋਲ ਦੇ ਉੱਤੇ ਇਸ ਤਰੀਕੇ ਦਾ ਪੋਲੀਟੀਕਲ ਜਿਹੜਾ ਸਿਨੈਰੀਓ ਬਣਾਇਆ ਜਾ ਰਿਹਾ, ਇਹ ਸਾਰੇ ਨੂੰ ਲੈ ਕੇ ਰਾਜਨੀਤੀ ਪ੍ਰੇਰਿਤ ਕਿਹਾ ਜਾ ਰਿਹਾ। ਜਿਹੜੇ ਵੀ ਲੋਕ ਕਹਿ ਰਹੇ ਨੇ, ਜਿਹੜੀ ਵੀ ਪੋਲੀਟੀਕਲ ਪਾਰਟੀਆਂ ਕਹਿ ਰਹੀਆਂ, ਉਹ ਸਰਾਸਰ ਗਲਤ ਕਹਿ ਰਹੀਆਂ। ਇਦਾਂ ਦਾ ਨਹੀਂ ਹੋਣਾ ਚਾਹੀਦਾ। ਸਾਰੇ ਇਹਨਾਂ ਦਾ ਮੂੰਹ ਬੰਦ ਕਰ ਦਿਓ ਨਾ ਵਸੀਮ ਰਾਜਾ ਜੀ, ਦੱਸ ਦਿਓ ਤੁਸੀਂ ਕਿਹੜਾ ਬੇਸ ਹੈ ਤੁਹਾਡਾ, ਕਿਸ ਬੇਸ ਤੇ ਪੈਰੋਲ ਤੁਸੀਂ ਦੇ ਰਹੇ ਹੋ। ਇਹਨਾਂ ਦਾ ਮੂੰਹ ਬੰਦ ਕਰ ਦਿਓ ਸਾਰਿਆਂ ਦਾ। 1 ਮਿੰਟ ਲੱਗਣਾ ਵਸੀਮ ਰਾਜਾ ਜੀ, ਮੈਂ ਬ੍ਰੇਕ ਲੈ ਲੈਣਾ, ਤੁਸੀਂ ਫੋਨ ਕਰੋ, ਰਿਪੋਰਟ ਮੰਗਾਓ, ਆਪਾਂ ਹੁਣੇ ਜਨਤਕ ਕਰਦੇ ਹਾਂ। ਚਲੋ ਹਾਂਜੀ ਵਸੀਮ ਜੀ। ਹੈਲੋ ਹਾਂਜੀ ਹਾਂਜੀ ਕੇਪੀ ਜੀ। ਵਸੀਮ ਜੀ ਮੈਂ ਕਹਿ ਰਿਹਾ ਮੈਂ ਬ੍ਰੇਕ ਲੈ ਲੈਣਾ ਸਰ, ਤੁਸੀਂ ਫੋਨ ਤੇ ਰਿਪੋਰਟ ਮੰਗਾਓ ਸਰ, ਹੁਣੇ ਜਨਤਕ ਕਰ ਦਿੰਦੇ ਆਪਾਂ। ਕੇਪੀ ਇੰਨੀ ਗੱਲ ਤਾਂ ਹਰਿਆਣੇ ਦਾ ਮੁੱਖ ਮੰਤਰੀ ਨਹੀਂ ਕਰ ਸਕਦਾ ਜਿਹੜੀ ਤੂੰ ਕਰੀ ਜਾਂਦੀ ਆ ਅਮਿਤ ਸ਼ਾਹ ਨੂੰ ਤੇ ਮੋਦੀ ਸਰ ਮੈਂ ਮਾਫੀ ਮੰਗ ਲੈਣਾ ਸਰ, ਮੈਂ ਗਲਤੀ ਕਰ ਲਈ ਸਾਰੇ ਸਵਾਲ ਕਰਕੇ, ਮੈਂ ਮਾਫੀ ਮੰਗ ਲੈਣਾ। ਸਵਾਲ ਹੀ ਪੈਦਾ ਨਹੀਂ ਹੁੰਦਾਗਾ। ਤੁਸੀਂ ਐਂ ਕਹੋ ਹਰਿਆਣੇ ਦੇ ਮੁੱਖ ਮੰਤਰੀ ਨੂੰ ਕੋਈ ਕਰਕੇ ਵਿਖਾਵੇ ਬਿਨਾਂ ਮੋਦੀ ਜੀ ਨੂੰ ਪੁੱਛੇ ਤਾਂ। ਹਾਂ ਵਸੀਮ ਰਾਜਾ ਕਾਂਗਰਸ ਹੋਰ ਇਲਜ਼ਾਮ ਲਾਉਣ ਲੱਗ ਪਈ ਤੁਹਾਡੇ ਤੇ, ਬੋਲੋ। ਨਹੀਂ ਹੈਗਾ, ਉਹ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਪੈਰੋਲ ਕਿੱਦਾਂ ਦਿੱਤੀ ਗਈ ਆ, ਕਿਸ ਤਰ੍ਹਾਂ ਦਿੱਤੀ ਗਈ ਆ, ਬਿਮਾਰੀ ਦਾ ਹਵਾਲਾ ਆ, ਉਹ ਪੂਰਾ ਉਹਦੀ ਜਾਂਚ ਕੀਤੀ। ਸਰ ਕਿੰਨੇ ਦਿਨਾਂ ਚ ਵਸੀਮ ਰਾਜਾ ਜੀ ਕਿੰਨੇ ਦਿਨਾਂ ਚ ਦੱਸ ਰਹੇ ਹੋ ਸਰ? ਬਿਮਾਰੀ ਨੂੰ ਦੇਖਦੇ ਹੋਏ, ਲਾਅ ਐਂਡ ਆਰਡਰ ਨੂੰ ਦੇਖਦੇ ਹੋਏ, ਜਿੱਦਾਂ ਬਾਰ-ਬਾਰ ਕਹਿ ਰਹੇ ਹੋ ਨਾ ਕਿ ਜੇ ਉਹ ਲਾਅ ਐਂਡ ਆਰਡਰ ਖਰਾਬ ਹੋ ਸਕਦਾ ਸੀ, ਇਹ ਵੀ ਹੋ ਸਕਦਾ ਹੈ ਕਿ ਜੇ ਪਹਿਲਾਂ ਸਾਰਿਆਂ ਨੂੰ ਸਾਰਵਜਨਿਕ ਕਰ ਦਿੰਦੇ, ਡਿਟੇਲ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਰਾਮ ਰਹੀਮ ਪੈਰੋਲ ਤੇ ਆ ਰਿਹਾ, ਹੋ ਸਕਦਾ ਮਾਹੌਲ ਹੋਰ ਜ਼ਿਆਦਾ ਖਰਾਬ ਕਰ ਸਕਦੇ। ਉਹ ਆਪਣੀ ਮਾਂ ਨੂੰ ਦੇਖਣ ਵਾਸਤੇ ਪੈਰੋਲ ਮਿਲੀ ਆ। ਠੀਕ ਹੈ ਵਸੀਮ ਰਾਜਾ, ਪੈਰੋਲ ਆ ਵਸੀਮ ਰਾਜਾ, ਠੀਕ ਹੈ ਵਸੀਮ ਰਾਜਾ ਜੀ, ਵਸੀਮ ਰਾਜਾ ਠੀਕ ਹੈ। ਕੋਈ ਅਮਨ ਸ਼ਾਂਤੀ ਭੰਗ ਨਹੀਂ ਹੋ ਰਹੀ, ਇਸ ਦੇ ਉੱਤੇ ਸਿਰਫ ਰਾਜਨੀਤੀ ਹੋ ਰਹੀ ਆ, ਪੋਲੀਟੀਕਲ ਠੀਕ ਹੈ ਸਰ, ਬਣਾਇਆ ਜਾ ਰਿਹਾ, ਹੋਰ ਕੁਝ ਵੀ ਨਹੀਂ ਹੈ। ਠੀਕ ਹੈ। ਰਜੀਵ ਦਰਾ ਆਪਣੀ ਗੱਲ ਵੀ ਕਹਿ ਲਓ, ਤੁਸੀਂ ਮੇਰਾ ਸਵਾਲ ਵੀ ਲੈ ਲਓ ਇੱਕ ਸਰ ਉਹ ਮਨੇਸਰ ਦੇ ਉਸੇ ਹੀ ਫਾਰਮ ਹਾਊਸ ਤੇ ਕਿਉਂ ਰਾਮ ਰਹੀਮ ਨੂੰ ਲਿਜਾਇਆ ਗਿਆ ਸਰ, ਉਹਦੇ ਬਾਰੇ ਕੁਝ ਜਾਣਕਾਰੀ ਹੈ ਤੁਹਾਡੇ ਕੋਲੇ ਰਜੀਵ ਦਰਾ ਸਾਹਿਬ? ਸਰ ਪਹਿਲਾਂ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਨਾ, ਮਤਲਬ ਉਹਦੇ ਬਾਰੇ ਮੇਰੇ ਕੋਲ ਜਾਣਕਾਰੀ ਨਹੀਂ ਹੈਗੀ ਬਿਲਕੁਲ, ਮੈਂ ਕਹਿਣਾ ਚਾਹਾਂਗਾ। ਪਰੰਤੂ ਉਹ ਮਾਨੇਸਰ ਦਾ ਫਾਰਮ ਹਾਊਸ ਉੱਥੇ ਬਾਰ-ਬਾਰ ਜਾਣਾ ਤੇ ਬੀਜੇਪੀ ਦਾ ਤੇ ਉਹਨਾਂ ਦੇ ਇਸ ਡੇਰੇ ਦਾ ਜਾਂ ਗੁਰਮੀਤ ਰਾਮ ਰਹੀਮ ਦਾ ਜਿਹੜਾ ਇਤਿਹਾਸ ਹੈ, ਜਿਹੜਾ ਇਹਨਾਂ ਦਾ ਆਚਰਣ ਹੈ, ਉਹ ਬਿਲਕੁਲ ਸੰਦੇਹ ਪੈਦਾ ਕਰਦਾ ਹੈ। ਉਹਦੇ ਵਿੱਚ ਕੁਝ ਵੀ ਕਿਸੇ ਤਰ੍ਹਾਂ ਦੀ ਵੀ ਗੱਲ ਹੋ ਸਕਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਕਿ ਜੇ ਪਹਿਲਾਂ ਵਸੀਮ ਰਾਜਾ ਜੀ ਨੇ ਕਿ ਪਹਿਲਾਂ ਜਨਤਕ ਕਰ ਦਿੰਦੇ ਰਿਪੋਰਟ ਤੇ ਫਿਰ ਲਾਅ ਐਂਡ ਆਰਡਰ ਨੂੰ ਖਤਰਾ ਹੋ ਸਕਦਾ ਸੀ। ਨਹੀਂ ਸਰ, ਪਹਿਲਾਂ ਤੁਸੀਂ ਰਿਪੋਰਟ ਜਨਤਕ ਕਰਨੀ ਸੀ, ਉਹ ਜਿਹੜੀ ਹੁਣ ਵੀ ਨਹੀਂ ਕਰ ਰਹੇ ਹੋ। ਇਹ ਗੱਲ ਤਾਂ ਸਾਰਿਆਂ ਨੂੰ ਪਤਾ ਸੀ ਕਿ ਉਹਨੇ ਪੈਰੋਲ ਮੰਗੀ ਹੈ। ਰਣਜੀਤ ਸਿੰਘ ਜਿਹੜਾ ਪ੍ਰਿਜ਼ਨ ਮਿਨਿਸਟਰ ਹੈ, ਉਹਨੇ ਜੇਲ੍ਹ ਮੰਤਰੀ ਹੈ, ਉਹਨੇ ਕੱਲ ਬਿਆਨ ਦਿੱਤਾ ਸੀ ਕਿ ਉਹਨੇ ਮੰਗੀ ਹੈ। ਇਸ ਕਰਕੇ ਤੁਹਾਨੂੰ ਵੀ ਲੱਗਦਾ ਹੈ ਕਿ ਲਾਅ ਐਂਡ ਆਰਡਰ ਖਰਾਬ ਹੋ ਸਕਦਾ ਸੀ। ਇਹ ਤਾਂ ਬਹੁਤ ਵੱਡੀ ਗੱਲ ਹੈ। ਇਹ ਤਾਂ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਉਹਨੂੰ ਡੀਲ ਕਿਵੇਂ ਕੀਤਾ, ਉਹ ਦੱਸ ਦਿਓ ਨਾ। ਹੁਣ ਤਾਂ ਪੈਰੋਲ ਦੇਤੀ, ਹੁਣ ਦੱਸ ਦਿਓ। ਵੈਸੇ ਤਾਂ ਪਹਿਲਾਂ ਦੇਣੀ ਚਾਹੀਦੀ ਸੀ, ਦੱਸਣਾ ਚਾਹੀਦਾ ਸੀ। ਸਿਰਫ ਉਹਦੀ ਇਲਨੈਸ ਦੀ ਗੱਲ ਨਹੀਂ ਦੱਸਣੀ ਸੀ, ਇਹ ਵੀ ਦੱਸਣਾ ਸੀ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਾਰੇ ਕੀ ਰਿਪੋਰਟ ਆਈ ਹੈ ਤੇ ਉਹਦੇ ਖਤਰਾ ਕਿਉਂ ਨਹੀਂਗਾ। ਫਿਰ ਜਿਹੜਾ ਉਹਨਾਂ ਦੇ ਹੈਬਿਚੁਅਲ ਤੇ ਸੀਰੀਅਸ ਆਫੈਂਸਿਸ ਦੇ ਵਿੱਚ ਜਿਹੜਾ ਹੋਣਾ ਤੇ ਬਾਕੀ ਕੇਸਾਂ ਦਾ ਕੀ ਪ੍ਰਭਾਵ ਪਏਗਾ, ਉਹ ਸਾਰੇ ਮਾਮਲਿਆਂ ਦੇ ਵਿੱਚ ਵੀ, ਕਿਉਂਕਿ ਜਿਹੜੇ ਬਾਕੀ ਕੇਸਿਸ ਨੇ ਜਿਹੜੇ ਚੱਲ ਰਹੇ ਨੇ, ਉਹਦੇ ਵਿੱਚ ਗਵਾਹਾਂ ਨੂੰ ਜਾਂ ਟ੍ਰਾਇਲ ਨੂੰ ਜਿਹੜਾ ਪ੍ਰਭਾਵਿਤ ਕਰਨ ਦਾ ਵੀ ਕੰਮ ਕਰ ਸਕਦਾ ਹੈ ਬਾਹਰ ਆ ਕੇ, ਉਹ ਵੀ ਸਾਰਾ ਰਿਪੋਰਟ ਦੇ ਵਿੱਚ ਆਣਾ ਚਾਹੀਦਾ ਸੀ। ਉਹ ਸਾਰਵਜਨਿਕ ਕਰੋ ਨਾ, ਉਹ ਕਿਉਂ ਨਹੀਂ ਕਰ ਰਹੇ? ਵਸੀਮ ਰਾਜਾ ਕੋਈ ਜਵਾਬ ਹੈਗਾ? ਵਸੀਮ ਰਾਜਾ ਕੋਈ ਜਵਾਬ ਹੈਗਾ ਤੁਹਾਡੇ ਕੋਲੇ? ਦੇਖੋ, ਬਾਹਰ ਇਹ ਗੱਲ ਕਹਿਣਾ ਕਿ ਬਈ ਉਹ ਬਾਹਰ ਆ ਕੇ ਜਾਂ ਪੈਰੋਲ ਤੇ ਆ ਕੇ ਇਹਦੇ ਜਿਹੜੇ ਕੇਸਾਂ ਦੇ ਵਿੱਚ ਪੈਂਡਿੰਗ ਨੇ, ਅਜੇ ਪੈਂਡਿੰਗ ਆ ਮਾਮਲੇ, ਉਹਦੇ 'ਚ ਆ ਕੇ ਕੁਝ ਗਵਾਹਾਂ ਤੇ ਦਬਾਅ ਬਣਾ ਸਕਦਾ, ਏਦਾਂ ਕਰ ਸਕਦਾ। ਇਸ ਦਾ ਕੋਈ ਮਾਹੌਲ ਨਹੀਂ, ਕਿਉਂਕਿ ਕਸਟੋਡੀਅਲ ਪੈਰੋਲ ਆ, ਉਹ ਕਸਟਡੀ ਦੇ ਵਿੱਚ ਆ, ਇੱਕ ਫਾਰਮ ਹਾਊਸ ਦੇ ਵਿੱਚ ਆ। ਉੱਥੇ ਜਾ ਕੇ ਉਹ ਆਪਣੀ ਮਾਂ ਨੂੰ ਮਿਲੇਗਾ। 48 ਘੰਟੇ ਦਾ ਸਮਾਂ, 48 ਘੰਟੇ ਬਾਅਦ ਵਾਪਸ ਫਿਰ ਜੇਲ੍ਹ ਜਾਏਗਾ। ਠੀਕ ਹੈ, ਮੈਂ ਥੋੜਾ ਬ੍ਰੇਕ ਲੈ ਲਵਾਂ, ਪੋਲੀਟੀਕਲ ਨਾ ਬਣਾਇਆ ਜਾਏ। ਠੀਕ ਹੈ, ਕਲੀਅਰ ਸਾਹਿਬ ਵਾਪਸ ਆ ਰਿਹਾ ਤੁਹਾਡੇ ਕੋਲ, ਕਲੀਅਰ ਸਾਹਿਬ ਆ ਰਿਹਾ। ਔਰ ਮੈਂ ਆਖਰੀ ਹਿੱਸੇ ਵਿੱਚ ਤੁਸੀਂ ਹੋਵਾਂਗੇ, ਬਹੁਤ ਸਾਰੇ ਸਵਾਲ ਹੈ। ਇਹ ਪੋਲਿਟਿਕਸ ਪਤਾ ਨਹੀਂ ਕਿਉਂ ਸਵਾਲ ਕਰਦੀ ਪਈ ਹੈ। ਇਹ ਪੋਲਿਟਿਕਸ ਨੂੰ ਜਵਾਬ ਹੈ ਜਿਹੜਾ ਉਹ ਕਦੋਂ ਦਿੱਤਾ ਜਾਵੇਗਾ, ਸਵਾਲ ਇਹ ਵੀ ਹੈਗਾ। ਪਰ ਵੱਡਾ ਸਵਾਲ ਇਹ ਹੈ 2022 ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਕਿਸਾਨ ਸੰਘਰਸ਼ ਚੱਲਦਾ ਪਿਆ ਤੇ ਇਸ ਤੋਂ ਇਲਾਵਾ ਬੇਅਦਬੀ ਨਾਲ ਜੁੜੇ ਕੇਸ, ਗੋਲੀकांड ਵਾਲੇ ਕੇਸ, ਉਹਨਾਂ ਸਾਰੇ ਮਾਮਲਿਆਂ ਤੇ ਪੰਜਾਬ 'ਚ ਸਿਆਸਤ ਤੱਪੀ ਹੋਈ ਹੈ ਤੇ ਇਹਨਾਂ ਸਾਰੇ ਮਾਮਲਿਆਂ ਦੇ ਨਾਲ ਜੇ ਇਹ ਪੈਰੋਲ ਵਾਲਾ ਮੁੱਦਾ ਜੁੜਦਾ ਪਿਆ ਤਾਂ ਪੰਜਾਬ ਦੇ ਵਿੱਚ ਪੋਲਿਟਿਕਸ ਤਪੇਗੀ। ਵਾਪਸ ਆ ਰਿਹਾ।
ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਇੱਕੋ ਪੁੱਛ ਰਹੇ ਹਾਂ ਅਸੀਂ, ਵੱਡਾ ਸਵਾਲ ਇਹ ਪੁੱਛ ਰਹੇ ਹਾਂ, ਰਾਮ ਰਹੀਮ ਨੂੰ ਪੈਰੋਲ ਦੇ ਨਾਲ ਪੰਜਾਬ ਦੇ ਮਾਹੌਲ ਨੂੰ ਕਿਹੜਾ ਖਤਰਾ? ਹਾਂ ਮਿਸਟਰ ਕਲੀਅਰ, ਲਾਸਟ ਕਮੈਂਟ ਤੁਹਾਡੇ। ਕੇਪੀ ਜੀ ਗੱਲ ਇਹ ਹੈਗੀ ਕਿ ਜਿਹੜੀ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਕਸਟੋਡੀਅਲ ਪੈਰੋਲ, ਉਹ ਇੱਕ ਟੈਕਨੀਕਲ ਟਰਮ ਹੈ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਉਂ ਦਿੱਤੀ ਗਈ ਹੈ। ਇਹਨੂੰ ਲਾਮ ਲਸ਼ਕਰ ਵੀ ਤਾਂ ਦੇਣਾ ਸੀ ਨਾ ਨਾਲ, ਉਹ ਜਿਪਸੀਆਂ, ਉਹ ਸਿਕਿਉਰਿਟੀ ਗਾਰਡ, ਉਹ ਤੋਂ ਬਿਨਾਂ ਤਾਂ ਜਾਣਾ ਨਹੀਂ ਸੀ। ਉਹ ਦੇਣ ਲਈ ਇੱਕ ਉਹ ਕਸਟੋਡੀਅਲ ਪੈਰੋਲ ਦਾ ਨਾਮ ਦਿੱਤਾ ਗਿਆ ਤਾਂ ਕਿ ਸਾਰਾ ਹਮਲਾ ਫੈਲਾ ਪ੍ਰੋਵਾਈਡ ਕਰਾਇਆ ਜਾ ਸਕੇ, ਤਾਂ ਜੋ ਬਾਅਦ 'ਚ ਇਸ ਗੱਲ ਤੇ ਸਵਾਲ ਨਾ ਹੋਵੇ ਕਿ ਪੁਲਿਸ ਦੀ ਗੱਡੀਆਂ ਕੀ ਕਰ ਰਹੀਆਂ ਸੀ। ਔਰ ਦੂਸਰੀ ਵੱਡੀ ਗੱਲ, ਜਿਹੜੀ ਗੱਲ ਕਹਿੰਦੇ ਨੇ ਨਾ ਕਿ ਮਦਰ ਬਿਮਾਰ ਹੈ ਜਾਂ ਹੋਰ ਹੈ, ਰੂਟੀਨ ਕੋਰਸ ਦੇ ਵਿੱਚ ਜਦੋਂ ਐਸੇ ਕਿਸੇ ਕੈਦੀ ਨੂੰ ਪੈਰੋਲ ਦਿੱਤੀ ਜਾਂਦੀ ਹੈ ਤਾਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਪਰਿਵਾਰ ਦੇ ਵਿੱਚ ਕੀ ਹੋਰ ਕੋਈ ਬੰਦਾ ਨਹੀਂ ਹੈਗਾ ਉਹਦੀ ਟੇਕ ਕੇਅਰ ਕਰਨ ਲਈ, ਹੋਰ ਕੋਈ ਮੇਜਰ ਪਰਿਵਾਰ ਦੇ ਵਿੱਚ ਮੇਲ ਮੈਂਬਰ, ਜਿੱਥੇ ਤੱਕ ਪਤਾ ਹੈ ਕਿ ਇਹਨਾਂ ਦਾ ਬੇਟਾ ਹੈਗਾ, ਮੈਨੂੰ ਦਾ ਉਹ ਵੱਡਾ, ਇਹਨਾਂ ਦੀ ਵਾਈਫ ਹੈਗੀ ਹੈ, ਸੋ ਪਰਿਵਾਰ ਦੇ ਵਿੱਚ ਬਹੁਤ ਮੈਂਬਰ ਆ ਉਹ ਚੀਜ਼ ਦੇਖਣ ਲਈ। ਸੋ ਇਹ ਸਾਰਾ ਇੱਕ ਬਹਾਨਾ ਕਢਿਆ ਜਾ ਰਿਹਾ ਹੈ। ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਔਰ ਇਹ ਸਿਰਫ ਤੇ ਸਿਰਫ ਇੱਕ ਥਰਮਾਮੀਟਰ ਲਾ ਕੇ ਦੇਖਿਆ ਕਿ ਲੋਕ ਕਿੰਨਾ ਕੁ ਬੋਲਦੇ ਨੇ ਤਾਂ ਕਿ ਇਹਨੂੰ ਫੇਰ ਪੱਕੇ ਤੌਰ ਦੇ ਉੱਤੇ ਛੱਡਿਆ ਜਾ ਸਕੇ। ਠੀਕ ਹੈ। ਹਰਦੀਪ ਸਿੰਘ ਇੰਗਰਾ ਸਰ, ਤੁਹਾਨੂੰ ਵੀ ਇਹ ਉਹ ਲੱਗਦਾ ਕਿ ਇੱਕ ਵਾਟਰ ਟੈਸਟ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਿਆਸਤ ਕਿੰਨਾ ਕੁ ਭੜਕਦੀ ਹੈ, ਕਿਸਾਨ ਇਸ ਦਾ ਕੀ ਰਿਐਕਟ ਕਰਦੇ ਆ, ਆਮ ਲੋਕ ਕਿਸ ਤਰ੍ਹਾਂ ਨਾਲ ਰਿਐਕਟ ਕਰਦੇ ਆ, ਇਹ ਤੁਹਾਨੂੰ ਇਹ ਲੱਗਦਾ ਕਾਂਗਰਸ ਨੂੰ? ਕੇਪੀ, ਮੈਂ ਕਿਸਾਨ ਮੂਵਮੈਂਟ ਦੇ ਬਾਰੇ ਤੈਨੂੰ ਇਹ ਕਹਿ ਦਿਆਂ ਕਿ ਕਿਸਾਨ ਮੂਵਮੈਂਟ ਇੰਨੀ ਵੱਡੀ ਮੂਵਮੈਂਟ ਹੈ ਕਿ ਰਾਮ ਰਹੀਮ ਵਰਗਾ ਬੰਦਾ ਉਹਦੇ ਤੇ ਕੋਈ ਅਸਰ ਨਹੀਂ ਪਾ ਸਕਦਾ। ਇਹ ਮੈਂ ਦਾਅਵੇ ਨਾਲ ਕਹਿ ਸਕਦਾਗਾ, ਕੋਈ ਇਹਦਾ ਅਸਰ ਨਹੀਂ ਪੈਣਾ ਉਹਦੇ ਤੇ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ, ਇਹ ਰਾਮ ਰਹੀਮ ਨੂੰ ਇਸ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਇਹ ਕੋਈ ਪੋਲੀਟੀਕਲ ਕੈਦੀ ਹੈ। ਇਹਨੂੰ ਕ੍ਰਿਮੀਨਲ ਦੇ ਤੌਰ ਤੇ ਟ੍ਰੀਟ ਨਹੀਂ ਕੀਤਾ ਜਾ ਰਿਹਾ। ਸ਼ੋ ਮੀ ਦਾ ਮੈਨ, ਆਈ ਵਿਲ ਸ਼ੋ ਯੂ ਦਾ ਰੂਲ। ਜਦੋਂ ਤੁਸੀਂ ਇਹਨੂੰ ਪੈਰੋਲ ਦੇਣੀ ਸੀ, ਤੁਸੀਂ ਉਹਦਾ ਸਾਰਾ ਵਿਊ ਕੀਤਾ ਹੋਣਾ। ਮੈਂ ਦਾਅਵੇ ਨਾਲ ਕਹਿ ਸਕਦਾ ਇਹ ਹੁਕਮ ਉੱਤੋਂ ਚੱਲਿਆ, ਇਹ ਹੁਕਮ ਅਧੂਰੀ ਹੋਈ ਹੈ ਤੇ ਫਾਈਲਾਂ ਉਸ ਹੁਕਮ ਨੂੰ ਲਾਗੂ ਕਰਨ ਵਾਸਤੇ ਬਾਅਦ ਚ ਬਣੀਆਂ ਗਈਆਂ, ਕਿਉਂਕਿ ਇਹਨੂੰ ਇੱਕ ਪੋਲੀਟੀਕਲ ਮੋਹਰੇ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਰਿਹਾ ਇਸ ਬੰਦੇ ਨੂੰ। ਅੱਜ ਵੀ ਲੋਕ, ਚਾਹੇ ਤੁਸੀਂ ਕੋਈ ਮੰਨੇ ਚਾਹੇ ਨਾ ਮੰਨੇ, ਅਸੀਂ ਗਰਾਊਂਡ ਦੇ ਨਾਲ ਜੁੜੇ ਹੋਏ ਲੋਕ ਆ, ਉਸ ਇਲਾਕੇ 'ਚ ਰਹਿੰਦੇ ਆ ਜਿੱਥੇ ਇਹਦਾ ਬੋਲਬਾਲਾ ਸੀਗਾ। ਅੱਜ ਵੀ ਇਹਦਾ ਬੋਲਬਾਲਾ ਜੇ 70% ਨਹੀਂ ਤਾਂ 50% ਅੱਜ ਵੀ ਬੋਲਬਾਲਾ ਇਹਦਾ। ਅੱਜ ਵੀ ਇਹ ਦੇਖੋ ਬੀਜੇਪੀ ਨੂੰ ਕੀ ਸੋਚ ਰਹੀ ਬੀਜੇਪੀ, ਬਠਿੰਡਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਪਠਾਨਕੋਟ, ਇਹਨਾਂ ਇਲਾਕਿਆਂ ਨੂੰ ਬੀਜੇਪੀ ਨੇ ਟਾਰਗੇਟ ਬਣਾਇਆ ਹੋਇਆ ਆਪਦਾ 2022 ਵਾਸਤੇ। ਉਹਨਾਂ ਦੇ ਵਿੱਚੋਂ ਬਠਿੰਡਾ ਇੱਕ ਬਹੁਤ ਵੱਡਾ ਗੜ੍ਹ ਹੈ ਕਾਂਗਰਸ ਦਾ ਤੇ ਅਕਾਲੀ ਦਲ ਦਾ। ਉਸ ਗੜ੍ਹ ਦੇ ਵਿੱਚ ਇਹਦਾ ਵੀ ਰੋਲ ਹੈ, ਕੋਈ ਮੰਨੇ ਚਾਹੇ ਨਾ ਮੰਨੇ। ਉਹ ਇਸ ਰੋਲ ਦਾ ਫਾਇਦਾ ਉਠਾ ਕੇ, ਕਿਉਂਕਿ 25-30 ਹਜ਼ਾਰ ਵੋਟਾਂ ਨਾਲ ਹੀ ਇੱਧਰ ਉੱਧਰ ਦਾ ਫਰਕ ਪੈਣਾ, ਉਹ ਇਹਦੇ ਹੱਥ 'ਚ ਹੈਗੀਆਂ ਇੰਨੀਆਂ। ਠੀਕ ਹੈ। ਤੁਸੀਂ ਫਰੀਦਕੋਟ, ਸੰਗਰੂਰ, ਮੋਗਾ ਵੀ ਭੁੱਲਦੇ ਪਏ ਹੋ ਮਿਸਟਰ ਕਿੰਗਰਾ। ਨਹੀਂ, ਸੰਗਰੂਰ 'ਚ ਉਹਨਾਂ ਨਹੀਂ ਹੈਗਾ ਜਿੰਨਾ ਤੁਸੀਂ ਮੰਨੋ ਮੇਰੀ ਗੱਲ, ਉੱਥੇ ਇਫੈਕਟ ਨਹੀਂ ਕਰਦਾ। ਚਲੋ ਠੀਕ ਹੈ ਸਰ, ਤੁਹਾਨੂੰ ਜ਼ਿਆਦਾ ਪਤਾ ਕਿੰਗਰਾ ਸਾਹਿਬ, ਪਰ ਤੁਸੀਂ ਭੁੱਲਦੇ ਪਏ ਸਰ। ਹਾਂ ਵਸੀਮ ਰਾਜਾ, ਲਾਸਟ ਕਮੈਂਟ ਤੁਹਾਡਾ। ਵਸੀਮ ਰਾਜਾ, ਇਹ ਸਾਰੀ ਪੋਲਿਟਿਕਸ ਹੁਣ ਤੁਹਾਡੇ ਤੇ ਆ ਕੇ ਟੇਕੀ ਹੈ ਕਿ 2022 ਦੇ ਲਈ ਤੁਸੀਂ ਪੰਜਾਬ ਦੀ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੇ ਹੋ। ਕਿਪੀ ਜੀ ਦੇਖੋ, ਇਹ ਸਾਫ਼ ਪਤਾ ਲੱਗ ਰਿਹਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਕਿੱਥੇ ਖੜੇ ਨੇ। ਜਦੋਂ ਤੋਂ ਕੈਪਟਨ ਸਰਕਾਰ ਬਣੀ ਉਦੋਂ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਲਾਅ ਐਂਡ ਆਰਡਰ ਦੇ। ਬਾਕੀ ਗੱਲ ਰਹੀ, ਮੈਂ ਇੱਕ ਗੱਲ ਕਹੂੰਗਾ, ਚਲੋ ਸ਼੍ਰੋਮਣੀ ਅਕਾਲੀ ਦਲ ਤਾਂ ਸਟੇਟ ਲੈਵਲ ਦੀ ਪਾਰਟੀ ਆ, ਕਾਂਗਰਸ ਜਿਹੜੀ ਕਿ ਨੈਸ਼ਨਲ ਲੈਵਲ ਦੀ ਪਾਰਟੀ ਆ, ਬਹੁਤ ਲੰਬੇ ਸਮੇਂ ਤੱਕ ਦੇਸ਼ ਦੇ ਉੱਤੇ ਰਾਜ ਕੀਤਾ। ਕਿ ਇਹਨਾਂ ਦੇ ਸਮੇਂ ਦੇ ਉੱਤੇ ਕਿਸੇ ਵੀ ਇਸ ਤਰ੍ਹਾਂ ਦੇ ਕ੍ਰਿਮੀਨਲ ਕੈਦੀ ਨੂੰ ਪੈਰੋਲ ਨਹੀਂ ਦਿੱਤੀ ਗਈ? ਕੀ ਇਹ ਪਹਿਲੀ ਵਾਰੀ ਹੋ ਰਿਹਾ? ਇਹ ਇਦਾਂ ਦੇ ਕੇਸ ਪਹਿਲਾਂ ਵੀ ਆਏ ਆ, ਇਲਨੈਸ ਦੇ ਉੱਤੇ, ਬਿਮਾਰੀ ਦੇ ਉੱਤੇ। ਇਸ ਤੋਂ ਵੀ ਘਿਨੌਣੇ ਅਪਰਾਧੀਆਂ ਨੂੰ ਪੈਰੋਲ ਦਿੱਤੀ ਜਾਂਦੀ ਰਹੀ ਆ, ਪਹਿਲਾਂ ਵੀ ਇਹ ਪ੍ਰਥਾ ਸੀਗੀ। ਤੇ ਜੇ ਇਸ ਵਾਰੀ ਰਾਮ ਰਹੀਮ ਨੂੰ ਪੈਰੋਲ ਦੇ ਦਿੱਤੀ ਗਈ, ਯਾਨੀ ਕਿ ਤੁਸੀਂ ਉਸ ਪ੍ਰਥਾ ਨੂੰ ਅੱਗੇ ਵਧਾਇਆ। ਵਸੀਮ ਰਾਜਾ, ਤੁਸੀਂ ਉਸ ਪ੍ਰਥਾ ਨੂੰ ਅੱਗੇ ਵਧਾਇਆ, ਮੈਂ ਮੰਨ ਕੇ ਚੱਲਾਂ। ਕਿਸੇ ਇਸ ਤਰ੍ਹਾਂ ਦੇ ਕਲਟ ਵਾਲੇ ਬੰਦੇ ਨੂੰ ਭਾਰਤ ਦੇ ਵਿੱਚ ਪੈਰੋਲ ਨਹੀਂ ਦਿੱਤੀ ਗਈ ਪਹਿਲਾਂ। ਦੇਖੋ ਕਲਟ ਵਾਲੇ ਬੰਦੇ ਨੂੰ, ਦੇਖੋ ਕਿਸੇ ਪ੍ਰਥਾ ਨੂੰ ਨਹੀਂ ਅੱਗੇ ਵਧਾਇਆ ਗਿਆ। ਤੁਸੀਂ ਆਪ ਹੀ ਕਹਿ ਰਹੇ ਹੋ ਨਾ ਪਹਿਲਾਂ ਦੀ ਪ੍ਰਥਾ ਹੈ। ਚਲੋ ਠੀਕ ਹੈ ਸਰ, ਠੀਕ ਹੈ ਵਸੀਮ ਰਾਜਾ, ਕਾਨੂੰਨ ਦੇ ਵਿੱਚ ਪੈਰੋਲ ਆ, ਠੀਕ ਹੈ ਵਸੀਮ ਰਾਜਾ ਪਲੀਜ਼, ਠੀਕ ਹੈ। ਨਹੀਂ ਕਹਿ ਸਕਦੇ ਕਿ ਕਾਂਗਰਸ ਦੀ ਪ੍ਰਥਾ ਨੂੰ ਅੱਗੇ ਵਧਾਇਆ ਗਿਆ, ਕਿਸੇ ਦੀ ਦੇਸ਼ ਦੇ ਕਾਨੂੰਨ ਦੇ ਵਿੱਚ ਪੈਰੋਲ ਹੈ, ਉਹ ਪੈਰੋਲ ਨੂੰ ਮਿਲੀ ਹੈ। ਠੀਕ ਹੈ। ਅਰਜੀਤ ਗੁਜ਼ਾਰਾ ਸਾਹਿਬ, ਸਰ ਲਾਸਟ ਪੁਆਇੰਟ ਤੁਹਾਡੇ ਚਾਹੀਦਾ। ਅਰਜੀਤ ਗੁਜ਼ਾਰਾ, ਇਹ ਤਾਂ ਬਹਿਸ ਨਾ ਮੁੱਕਣ ਵਾਲੀ ਹੈ। ਤੁਸੀਂ ਕਹਿ ਰਹੇ ਹੋ ਕਿ ਉੱਪਰੋਂ ਆਰਡਰ ਆਏ ਆ, ਬਾਕੀ ਬੀਜੇਪੀ ਦੇ ਬੁਲਾਰੇ ਇਹ ਗੱਲ ਕਹਿ ਰਹੇ ਆ ਕਿ ਕਾਨੂੰਨ ਸਾਨੂੰ ਛੋਟ ਦਿੰਦਾ ਹੈ, ਉੱਥੋਂ ਦਾ ਪ੍ਰਬੰਧਨ ਸਾਰਾ ਚੈੱਕ ਕਰਦਾ, ਉਸ ਤੋਂ ਬਾਅਦ ਪੈਰੋਲ ਦਿੱਤੀ ਜਾਂਦੀ ਹੈ। ਅਰਜੀਤ ਗੁਜ਼ਾਰਾ ਸਾਹਿਬ, ਇਸ ਡਿਬੇਟ ਨੂੰ ਸਰ ਕਿੱਥੇ ਖਤਮ ਕਰਾਂਗੇ ਅਸੀਂ? ਸਰ ਕੇਪੀ ਜੀ, ਮੈਂ ਸ਼ੁਰੂ ਚ ਕਿਹਾ ਸੀ, ਦੇਖੋ ਇਹ ਗੱਲ ਤਾਂ ਠੀਕ ਹੈ ਕਿ ਕਾਨੂੰਨ ਦੇ ਵਿੱਚ ਪੈਰੋਲ ਦਾ ਨਿਯਮ ਹੈਗਾ ਹੈ ਨਾ, ਪਰ ਜੇ ਕਾਨੂੰਨ ਵਿੱਚ ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਦਾ ਕਾਨੂੰਨ ਮੰਨਣ ਦਾ, ਸੰਵਿਧਾਨ ਮੰਨਣ ਦਾ ਕੋਈ ਇਤਿਹਾਸ ਨਹੀਂਗਾ। ਬਿਲਕੁਲ ਉਸ ਤੋਂ ਪਾਸੇ ਹੋ ਕੇ ਤੁਰਦੀ ਹੈ, ਉਹਨੂੰ ਤਾਰ-ਤਾਰ ਕਰਦੀ ਹੈ। ਪਰ ਉਹਨੂੰ ਵੀ ਛੱਡੋ ਤੁਸੀਂ, ਜਦੋਂ ਕਾਨੂੰਨ ਪਰਮਿਸ਼ਨ ਦਿੰਦਾ ਹੈ ਤੇ ਕੀ ਕਾਨੂੰਨ ਇਹ ਕਹਿੰਦਾ ਹੈ ਕਿ ਹਰੇਕ ਬੰਦੇ ਨੂੰ ਸਿੱਧੇ ਪੈਰੋਲ ਦੇਣਾ ਹੱਕ ਹੀ ਹੈ ਉਹਦਾ?
ਨਹੀਂ, ਕਾਨੂੰਨ ਕਹਿੰਦਾ ਹੈ ਉਹ ਅਪਲਾਈ ਕਰੇਗਾ, ਇਹਨਾਂ ਪੈਰਾਮੀਟਰਸ ਤੇ ਉਹਨੂੰ ਵੇਖਿਆ ਜਾਏਗਾ, ਰਿਪੋਰਟ ਆਏਗੀ। ਇਲਨੈਸ ਦੀ ਗੱਲ ਹੈ ਤੇ ਇਲਨੈਸ ਬਾਰੇ ਰਿਪੋਰਟ ਆਏਗੀ, ਲਾਅ ਐਂਡ ਆਰਡਰ ਬਾਰੇ ਆਏਗੀ, ਹੀਨੀਅਸ ਕ੍ਰਾਈਮ ਬਾਰੇ ਆਏਗੀ, ਜਿਹੜਾ ਉਹ ਕਿੰਨੇ ਕੁ ਅਪਰਾਧਾਂ ਦੇ ਸ਼ਾਮਿਲ ਆ ਉਹ ਸਾਰਾ ਕੁਝ ਆਏਗਾ। ਇਹ ਰਿਪੋਰਟਸ ਆਣਗੀਆਂ। ਇਹਦਾ ਮਤਲਬ ਇਹ ਜਿਹੜੀ ਰਿਪੋਰਟਸ ਨੇ ਉਹਨਾਂ ਸਬਜੈਕਟ ਟੂ ਹੈ, ਸ਼ਰਤਾਂ ਨਾਲ ਹੈ ਕਿ ਜੇ ਸ਼ਰਤਾਂ ਪੂਰੀ ਕਰਦਾ ਹੋਏ ਤਾਂ ਮਿਲੇਗੀ। ਫਿਰ ਕੀ ਅੱਜ ਤੱਕ ਹਰਿਆਣਾ ਸਰਕਾਰ ਨੇ ਪੈਰੋਲ ਕਿਸੇ ਦੀ ਰੱਦ ਨਹੀਂ ਕੀਤੀ ਜਾਂ ਨਾ ਨਹੀਂ ਕੀਤੀ? ਕਿੰਨੇ ਕੇਸਾਂ 'ਚ ਸਰਕਾਰ ਨਾ ਕਰਦੀ ਹੈ ਤੇ ਕੋਰਟ ਦੇ ਵਿੱਚ ਆਂਦਾ ਹੈ। ਐਸੇ ਨੇ ਪਹਿਲਾਂ ਅਪਲਾਈ ਕੀਤੀ ਸੀ ਇੱਕ ਵਾਰ, ਸਰਕਾਰ ਦੇ ਉੱਤੇ ਦਬਾਅ ਪਹਿਲਾਂ ਲੋਕਾਂ ਨੂੰ ਪਤਾ ਲੱਗ ਗਿਆ, ਦਬਾਅ ਪਿਆ, ਸਰਕਾਰ ਨੂੰ ਨਾ ਕਰਨੀ ਪਈ, ਕੋਰਟ ਦੇ ਵਿੱਚ ਵੀ ਨਹੀਂ ਮੰਨੀ ਗਈ ਇਹਦੀ ਗੱਲ। ਇੱਕ ਗੱਲ। ਦੂਜੀ ਗੱਲ, ਤੁਸੀਂ ਕਿਹਾ ਵੀ ਇਹਦਾ ਫੈਸਲਾ ਕਿੱਥੇ ਹੋਏਗਾ? ਫੈਸਲਾ ਕੇਪੀ ਜੀ ਬਹੁਤ ਸਾਫ਼ ਹੈ, ਕਾਨੂੰਨ ਦੇ ਵਿੱਚ ਕੀ ਲਿਖਿਆ, ਆਰਡਰ ਦੇ ਵਿੱਚ ਕੀ ਲਿਖਿਆ, ਤੁਸੀਂ ਰਿਪੋਰਟ ਸਾਰਵਜਨਿਕ ਹੋਣਗੀ ਉਹ ਤੋਂ ਪਤਾ ਲੱਗੇਗਾ ਕੀ ਲਿਖਿਆ। ਪਰ ਇਸ ਤੋਂ ਇਲਾਵਾ ਕਿਸੇ ਵੀ ਰਾਜਨੀਤਿਕ ਪਾਰਟੀ ਦਾ, ਰਾਜਨੀਤਿਕ ਮਾਹੌਲ ਦਾ, ਇਤਿਹਾਸ ਤੇ ਆਚਰਣ, ਉਹ ਤੇ ਉਹਦੇ ਵਿਵਹਾਰ ਦੇ ਵਿੱਚ ਕੀ ਸ਼ਾਮਿਲ ਰਿਹਾ, ਉਹ ਤੇ ਲਾਅ ਐਂਡ ਆਰਡਰ ਤੇ ਕੀ ਇੰਪੈਕਟ ਪੈਂਦਾ ਰਿਹਾ, ਉਹ ਘਟਨਾਵਾਂ ਦੇ ਨਾਲ ਹੀ ਅੱਜ ਦੀ ਘਟਨਾ ਨੂੰ ਦੇਖ ਕੇ ਹੀ ਅਸੀਂ ਨਿਰਣੇ ਤੇ ਪਹੁੰਚ ਸਕਦੇ ਹਾਂ। ਇਸ ਕਰਕੇ ਅਸੀਂ ਜੇ ਸਾਰੇ ਮਾਹੌਲ ਵੇਖਦੇ ਹਾਂ ਤੇ ਜਿਹੜੇ ਗੱਲ ਜਿਹੜੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਕੁਝ ਤੇ ਜਿਹੜਾ ਲੋਕਾਂ ਦੇ ਵਿੱਚ ਦਵੇਸ਼ ਫੈਲਾਉਣ ਦੀ ਪੋਲਿਟਿਕਸ ਹੈ, ਇਹ ਬੰਗਾਲ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਲਗਾਤਾਰ ਇਹ ਕਰਦੇ ਰਹੇ ਨੇ। ਉਹੀ ਹਾਲਤ ਪੰਜਾਬ ਦੇ ਵਿੱਚ ਕਰਨ ਦੀ ਤਿਆਰੀ ਹੈ। ਉੱਥੇ ਵੋਟਾਂ ਦੀ ਪੋਲਿਟਿਕਸ ਹੋ ਰਹੀ ਹੈ। ਹਰਿਆਣਾ ਦੇ ਵਿੱਚ ਜਿਹੜਾ ਇਹਨਾਂ ਨੇ ਪਹਿਲਾਂ ਵੋਟਾਂ ਲਈ ਉਹਦਾ ਅਹਿਸਾਨ ਵੀ ਉਤਾਰਿਆ ਜਾ ਰਿਹਾ ਤੇ ਇਹ ਸਿਰਫ ਇੰਨਾ ਹੀ ਨਹੀਂ, ਬਹੁਤ ਵੱਡਾ ਖੇਲ ਬੀਜੇਪੀ ਇਸ ਤਰ੍ਹਾਂ ਦਾ ਕੰਮ ਕਰਕੇ ਪੈਰੋਲ ਦੇ ਕੇ ਪੰਜਾਬ ਦੇ ਵਿੱਚ ਖੇਡਣ ਜਾ ਰਹੀ ਹੈ, ਸਾਰੇ ਪਾਸੇ ਖੇਡ ਰਹੀ ਹੈ। ਪਰ ਇਹਦਾ ਅਸਲੀ ਫੈਸਲਾ ਜਿਹੜਾ ਹੈ ਲੋਕਾਂ ਦੀ ਅਦਾਲਤ 'ਚ ਹੋਣਾ ਹੈ, ਲੋਕਾਂ ਨੇ ਫੈਸਲਾ ਕਰਨਾ। ਇੱਕ ਆਖਰੀ ਸਵਾਲ ਰਜੀਵ ਦਾਰਾ ਕਰ ਰਹੀ ਹੈ, ਇਹਦਾ ਜਵਾਬ ਕੀ ਦੇ? ਰਜੀਵ ਦਾਰਾ, ਇੱਕ ਆਖਰੀ ਸਵਾਲ, ਵੈਸੇ ਪਤਾ ਨਹੀਂ ਤੁਹਾਡੇ ਕੋਲ ਇਹਦਾ ਜਵਾਬ ਹੋਊਗਾ ਕਿ ਨਹੀਂ ਹੋਊਗਾ। ਇਸ ਪੂਰੇ ਐਪੀਸੋਡ ਦੀ ਕੋਈ ਵੀਡੀਓ ਲੀਕ ਹੋਊਗੀ, ਕੋਈ ਵੀਡੀਓ ਬਾਹਰ ਆਊਗੀ? ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਦੱਸੀ ਗਈ ਸੀ ਵੀ ਭਾਈ ਇਹ ਰਾਮ ਰਹੀਮ ਬਾਹਰ ਆਇਆ। ਮੈਨੂੰ ਨਹੀਂ ਪਤਾ ਸਰ, ਉਹ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਉਹ ਜਦੋਂ ਪੈਰੋਲ ਹੋਈ ਸੀ ਉਹ ਤਾਂ ਇਹਦੇ ਬਾਹਰ ਜਾ ਕੇ ਵਾਪਸ ਆਉਂਦੇ ਟਾਈਮ ਦੇ ਲੀਕ ਹੋਈ ਕਿ ਪਤਾ ਹੀ ਨਹੀਂ ਲੱਗਿਆ ਸੀ ਕਿਸੇ ਨੂੰ, ਇੰਨਾ ਸੀਕ੍ਰੀਟ ਰੱਖਿਆ ਗਿਆ ਸੀ। ਹੁਣ ਲੋਕਾਂ ਨੂੰ ਪਤਾ ਲੱਗ ਗਿਆ। ਕਲੇਰ ਸਾਹਿਬ ਨੇ ਠੀਕ ਕਿਹਾ ਕਿ ਲਾਓ ਲਸ਼ਕਰ ਦੇ ਨਾਲ ਜਾਣਾ ਸੁਨਿਸ਼ਚਿਤ ਕਰਨਾ ਸੀ, ਇਸ ਕਰਕੇ ਕਸਟੋਡੀਅਲ ਵੀ ਕਹੀ ਗਈ, ਇਹ ਗੱਲ ਵੀ ਵਾਜਿਬ ਲੱਗਦੀ ਹੈ। ਪਰ ਹੁਣ ਇਹਦੀ ਲੀਕੇਜ ਦੀ ਕੀ ਗੱਲ ਹੋਏਗੀ, ਉੱਥੇ ਜਾ ਕੇ ਕੀ ਕਰੇਗਾ? ਇਹ ਇਸ ਦੇਸ਼ ਦਾ ਜਰਨਲਿਜ਼ਮ, ਜਿਹੜੇ ਹਲੇ ਵੀ ਬਹੁਤ ਸਾਰੇ ਜਿੰਦਾ ਨੇ, ਜਿਹੜੇ ਸੱਚੇ ਜਰਨਲਿਜ਼ਮ ਕਰ ਰਹੇ ਨੇ, ਜਿਹੜੇ ਸਵਾਲ ਕਰ ਰਹੇ ਨੇ, ਉਹ ਉਮੀਦ ਕਰਦੇ ਆ ਕਿ ਸਵਾਲ ਕਰਨਗੇ, ਉਹ ਇਨਵੈਸਟੀਗੇਟਿਵ ਜਰਨਲਿਜ਼ਮ ਕਰਨਗੇ, ਇਹਦੇ ਬਹੁਤ ਸਾਰੀ ਗਹਿਰੀ ਗੱਲਾਂ ਸਾਹਮਣੇ ਆਣਗੀਆਂ। ਪਰੰਤੂ ਲੋਕਾਂ ਦੀ ਜਿਹੜੀ ਪੋਲਿਟਿਕਸ ਹੈ, ਉਹ ਪੋਲਿਟਿਕਸ ਇਹ ਮੰਗ ਕਰਦੀ ਹੈ ਕਿ ਸਰਕਾਰਾਂ ਹੀ ਪਾਰਦਰਸ਼ਿਤਾ ਲੈ ਕੇ ਆਣ, ਇਹ ਸਾਰੀ ਰਿਪੋਰਟ, ਸਾਰੀ ਗੱਲਾਂ ਸਾਰਵਜਨਿਕ ਕਰਨ ਤਾਂ ਕਿ ਲੋਕ ਠੀਕ ਫੈਸਲਾ ਕਰ ਸਕਣ। ਇਹ ਸਾਰਵਜਨਿਕ ਹੋ ਜਾਣਗੀਆਂ ਤੇ ਲੋਕ ਫੈਸਲਾ ਕਰਨਗੇ। ਕਲੇਰ ਸਾਹਿਬ ਕਿੰਗਰਾ ਜੀ ਤੇ ਰਾਜੀਵ ਗੋਦਾਰਾ ਗਲਤ ਬੋਲ ਰਹੇ ਨੇ ਕਿ ਆ ਵਸੀਮ ਰਾਜਾ ਜੀ ਕੁਝ ਵੀ ਇੱਧਰ ਉੱਧਰ ਦੀ ਕਰ ਰਹੇ ਨੇ, ਇਹ ਤਾਂ ਹੀ ਫੈਸਲਾ ਹੋ ਸਕੇਗਾ ਨਾ। ਚਲੋ ਬਹੁਤ ਧੰਨਵਾਦ ਰਜੀਵ ਦਾਰਾ ਤੁਹਾਡਾ, ਵਸੀਮ ਰਾਜਾ ਤੁਹਾਡਾ ਬਹੁਤ ਧੰਨਵਾਦ, ਹਰਦੀਪ ਸਿੰਘ ਕਿੰਗਰਾ ਤੁਹਾਡਾ ਬਹੁਤ ਧੰਨਵਾਦ, ਅਰਜੀਤ ਸਿੰਘ ਕਲੇਰ ਤੁਹਾਡਾ ਬਹੁਤ ਧੰਨਵਾਦ। ਸਾਰੇ ਮਹਿਮਾਨਾਂ ਨੇ ਆਪਣੀ ਗੱਲ ਰੱਖੀ ਹੈ, ਤੁਸੀਂ ਫੈਸਲਾ ਕਰਨਾ ਹੈ। ਇਸ ਪੈਰੋਲ ਪਿੱਛੇ ਪੋਲੀਟੀਕਲ ਪਲੈਨਿੰਗ ਤਾਂ ਨਹੀਂ ਹੈਗੀ, ਪਰ ਇਸ ਮੰਚ ਤੋਂ ਅਸੀਂ ਇਹ ਤੁਹਾਨੂੰ ਵਾਰ-ਵਾਰ ਤਾਕੀਦ ਕਰਦੇ ਹਾਂ, ਕਿਸੇ ਦਾ ਵੀ ਕੋਈ ਏਜੰਡਾ ਹੋਵੇ ਤੁਹਾਨੂੰ ਵੰਡਣ ਦਾ, ਤੁਸੀਂ ਫੈਸਲਾ ਕਰਨਾ, ਤੁਸੀਂ ਵੰਡੇ ਜਾਣਾ ਜਾਂ ਤੁਸੀਂ ਉਵੇਂ ਹੀ ਰਹਿਣਾ ਜਿਵੇਂ ਪੰਜਾਬ ਪਹਿਲਾਂ ਰਹਿ ਰਿਹਾ, ਜਿਵੇਂ ਹਰਿਆਣਾ ਪਹਿਲਾਂ ਰਹਿ ਰਿਹਾ। ਕਿਸੇ ਨੇ ਜੇ ਤੁਹਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਿਆਸਤ ਨੂੰ, ਜਿਹੜੀ ਮਰਜ਼ੀ ਪਾਰਟੀ ਸਿਆਸਤ ਹੋਵੇ, ਜਿਹੜੀ ਮਰਜ਼ੀ ਧਿਰ ਦੀ ਸਿਆਸਤ ਹੋਵੇ, ਉਸ ਨੂੰ ਮੂੰਹ ਤੋੜਵਾ ਜਵਾਬ ਦੇਗਾ। ਬਹੁਤ ਧੰਨਵਾਦ।